देना ओ ना है ना ओ माया आशिक गमी ओदा इश्क कमावी ते दिल रखी वांग पहाड़ सजदे विचा सिर ना चुकी ओ माया भावें काफर कहने हजार हजार ਸਜਦੇ ਵਿੱਚੋਂ ਸਿਰ ਨਾ ਚੁੱਕੀ ਭਾਵੇਂ ਕਾਫਰ ਕਹਿਣ ਹਜ਼ਾਰਾਂ। ਮੇਰੇ ਨਾਲ ਇੱਕ ਅਜਿਹੇ ਮਹਿਮਾਨ ਨੇ ਜਿਹੜੇ ਰੱਬ ਦੇ ਸਜਦੇ ਦੇ ਵਿੱਚ ਨੇ। ਕਿਉਂ ਰੱਬ ਦੇ ਸਜਦੇ ਵਿੱਚ ਨੇ? ਕੀ ਸਿਰਫ ਇੱਕ ਗੀਤ ਗਾ ਕੇ ਰੱਬ ਦੇ ਸਜਦਾ ਕੀਤਾ ਜਾ ਰਿਹਾ? ਲੋਕਾਂ ਵਿੱਚ ਇੱਕ ਮਨੋਰੰਜਨ ਦੇ ਲਈ ਇਹ ਗੀਤ ਗਾਇਆ ਜਾ ਰਿਹਾ? ਰੱਬ ਦੇ ਘਰ ਦੇ ਵਿੱਚ ਕੁਝ ਸ਼ੁਕਰੀਆ ਦਾ ਕੀਤਾ ਜਾ ਰਿਹਾ? ਕੀ ਕਾਰਨ ਨੇ ਇਹਦੇ ਵਿੱਚ? ਕਾਰਨ ਬਹੁਤ ਗੰਭੀਰ ਨੇ। ਇਹ ਸੂਫੀਆਨਾ ਗਾਇਕ ਨੇ, ਤੁਹਾਡੇ ਸਾਹਮਣੇ ਇਹਨਾਂ ਦੀ ਆਵਾਜ਼ ਤੁਸੀਂ ਸੁਣ ਚੁੱਕੇ ਹੋ। ਸਤਿੰਦਰ ਸਰਤਾਜ ਦੇ ਨਾਲ ਮਿਲਦੀ ਜੁਲਦੀ ਆਵਾਜ਼ ਹੈ ਇਹਨਾਂ ਦੀ। ਅਤੇ ਤੁਸੀਂ ਇੱਕ ਚੀਜ਼ ਨੂੰ ਨੋਟ ਕਰੋਗੇ ਕਿ ਸ਼ਾਇਦ ਮੈਂ ਅੱਜ ਕਿਸੇ ਗਾਇਕ ਕਲਾਕਾਰ ਦੀ ਇੰਟਰਵਿਊ ਕਰਨ ਲੱਗਾ, ਪਰ ਨਹੀਂ। ਇਹ ਇੱਕ ਅਜਿਹੇ ਸੰਤਾਪ ਭੋਗ ਚੁੱਕੇ ਨੇ, ਅਜਿਹੇ ਮਰੀਜ਼ ਰਹੇ ਨੇ ਜਿਸ ਦਾ ਜਹਾਨ ਲੁੱਟ ਚੁੱਕਿਆ ਸੀ। ਅੱਖਾਂ, ਕਿਹਾ ਜਾਂਦਾ ਅਕਸਰ ਕਿ ਦੰਦ ਗਏ ਤਾਂ ਸਵਾਦ ਗਿਆ, ਅੱਖਾਂ ਗਈਆਂ ਤਾਂ ਜਹਾਨ ਗਿਆ। ਇਹਨਾਂ ਦਾ ਜਹਾਨ ਚਲਾ ਗਿਆ ਸੀ। ਅੱਖਾਂ ਇਹਨਾਂ ਦੀਆਂ 70% ਜਿਹੜੀ 80% ਨਿਗਾਹ ਇਹਨਾਂ ਦੀ ਚਲੀ ਗਈ ਸੀ। ਬਚਪਨ ਤੋਂ ਬਹੁਤ ਜ਼ਿਆਦਾ ਅੱਖਾਂ ਨੂੰ ਲੈ ਕੇ ਜਿਉਂ ਪੈਦਾ ਹੋਏ ਉਦੋਂ ਤੋਂ ਲੈ ਕੇ, ਬਚਪਨ ਤੋਂ ਲੈ ਕੇ 25 ਸਾਲ ਦੀ ਅੱਜ ਇਹਨਾਂ ਦੀ ਉਮਰ ਹੈ, ਉਦੋਂ ਤੋਂ ਤੱਕ ਇਹ ਅੱਖਾਂ ਦੇ ਰੋਗ ਦੇ ਨਾਲ ਸੰਤਾਪ ਭੋਗਦੇ ਰਹੇ। ਅਲੱਗ-ਅਲੱਗ ਡਾਕਟਰਾਂ ਕੋਲ ਗਏ, PGI ਵਾਲਿਆਂ ਕੋਲ ਗਏ, 32 ਸੈਕਟਰ ਚੰਡੀਗੜ੍ਹ ਦੇ ਵਿੱਚ ਹਸਪਤਾਲ 'ਚ ਗਏ, ਬਹੁਤ ਸਾਰੇ ਡਾਕਟਰਾਂ ਕੋਲ। ਕੋਈ ਡਾਕਟਰ ਅਜਿਹਾ ਨਹੀਂ ਛੱਡਿਆ ਜਿਹਦੇ ਨਾਲ ਇਹਨਾਂ ਨੇ ਇਲਾਜ ਕਰਵਾ ਕੇ ਆਪਣਾ ਆਪ ਠੀਕ ਕਰਨ ਦੀ ਕੋਸ਼ਿਸ਼ ਨਾ ਕੀਤੀ ਹੋਵੇ। ਅਤੇ ਅੱਜ ਰੱਬ ਦਾ ਇਹ ਸਜਦਾ ਕਰ ਰਹੇ ਨੇ। ਕਿਉਂ ਕਰ ਰਹੇ ਨੇ? ਅੱਜ ਇਹ ਖੁਸ਼ ਨੇ। ਇਹਨਾਂ ਦੀਆਂ ਨਿਗਾਹ ਜਿਹੜੀ ਆ ਉਹ ਫਰਕ ਪੈ ਚੁੱਕਿਆ, ਕਾਫੀ ਇਹਨਾਂ ਨੂੰ ਜਿਹੜਾ ਉਹ ਆਰਾਮ ਆ ਗਿਆ। ਇਹਨਾਂ ਦਾ ਇਲਾਜ ਸ਼ੁਰੂ ਹੋ ਚੁੱਕਿਆ ਹੈ। ਕਿੱਥੋਂ ਸ਼ੁਰੂ ਕਰਵਾਇਆ ਇਲਾਜ? ਕਿਵੇਂ ਇਹ ਅੱਜ ਇਹ ਰੱਬ ਦਾ ਸਜਦਾ ਕਰ ਰਹੇ ਨੇ? ਅੱਜ ਆਪਾਂ ਇਹਨਾਂ ਦੇ ਮੂੰਹੋਂ ਆਪ ਸੁਣਾਂਗੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੂਫੀ ਹੈ ਜੀ। ਸੂਫੀ ਸਾਹਿਬ, ਪੂਰਾ ਨਾਮ ਸੂਫੀ ਫਕੀਰ ਸਿੰਘ? ਸੂਫੀ ਫਕੀਰ ਸਿੰਘ ਮੇਰਾ ਨਾਮ ਹੈ ਜੀ, ਉਹਦਾ ਮੈਨੂੰ ਪਿਆਰ ਨਾਲ ਸੂਫੀ ਕਹਿੰਦੇ ਨੇ ਜੀ। ਅੱਛਾ, ਤੁਸੀਂ ਗਾਇਕ ਕਲਾਕਾਰ, ਬਹੁਤ ਵਧੀਆ। ਸਾਡੇ ਦਰਸ਼ਕਾਂ ਨੇ ਤੁਹਾਨੂੰ ਸੁਣਿਆ, ਤੁਹਾਡੀ ਇੱਕੋ ਹੀ ਹੇਕ ਨੇ ਮਨ ਜਿਹੜਾ ਉਹ ਟੁੰਬ ਲਿਆ। ਬਹੁਤ ਸੋਹਣੀ ਆਵਾਜ਼ ਹੈ, ਰੱਬ ਨੇ ਤੁਹਾਨੂੰ ਨਵਾਜੀ ਹੈ। ਅਤੇ ਇਹ ਦੱਸੋਗੇ ਕਿ ਥੋੜ੍ਹਾ ਜਿਹਾ ਆਪਣੀ ਹਿਸਟਰੀ ਦੱਸੋਗੇ, ਥੋੜ੍ਹਾ ਜਿਹਾ ਆਪਣੇ ਬਰੀਫ ਦੇ ਵਿੱਚ? ਐਕਚੁਅਲੀ ਇੱਦਾਂ ਸੀਗਾ ਜੀ ਕਿ ਜੇ ਮੈਂ ਆਇਜ਼ ਦੀ ਗੱਲ ਕਰਾਂ, ਆਇਜ਼ ਦੀ ਗੱਲ ਮੈਨੂੰ ਇੱਦਾਂ ਸੀਗੀ ਕਿ ਬਚਪਨ ਤੋਂ ਹੀ ਜਮਾਂਦਰੂ ਜਿਵੇਂ ਇੱਕ ਪ੍ਰੋਬਲਮ ਹੁੰਦੀ ਆ, ਔਰ ਬਹੁਤ ਘੱਟ ਸੀਗੀ। ਜਿਵੇਂ ਜਿਵੇਂ ਮੈਂ ਵੱਧਦਾ ਗਿਆ, ਜਦੋਂ ਮੈਂ ਕਿਉਂਕਿ 6ਵੀਂ ਕਲਾਸ ਦੇ ਵਿੱਚ ਮੈਨੂੰ ਯਾਦ ਆ ਕਿ ਮੈਂ ਬੁੱਕ ਵੀ ਪੜ੍ਹਦਾ ਰਿਹਾ। 6ਵੀਂ ਕਲਾਸ ਦੇ ਵਿੱਚ ਮੈਂ ਬੁੱਕ ਵੀ ਪੜ੍ਹਦਾ ਰਿਹਾ, ਬਟ ਉਦੋਂ ਮੈਨੂੰ ਪ੍ਰੋਬਲਮ ਸੀਗੀ, ਬਟ ਕੁਛ ਮਾਈਨਰ ਜੀ ਪ੍ਰੋਬਲਮ ਸੀਗੀ। ਅਤੇ ਜਦੋਂ ਮੈਂ 8th ਕਲਾਸ ਦੇ ਵਿੱਚ ਹੋਇਆ ਨਾ, ਅਤੇ ਉਦੋਂ ਮੈਨੂੰ ਪ੍ਰੋਬਲਮ ਬਹੁਤ ਜ਼ਿਆਦਾ ਘੱਟ ਗਈ। ਔਰ ਮੈਨੂੰ ਯਾਦ ਆ ਕਿ ਟੀਚਰਾਂ ਨੇ, ਉਹਨਾਂ ਨੇ ਬਲੈਕ ਬੋਰਡ 'ਤੇ ਕੁਛ ਲਿਖਣਾ ਅਤੇ ਮੈਨੂੰ ਪੜ੍ਹਨ ਲਈ ਕਹਿਣਾ, ਅਤੇ ਮੈਥੋਂ ਪੜ੍ਹਿਆ ਨਹੀਂ ਜਾਂਦਾ ਸੀ ਕਿਉਂਕਿ ਮੈਂ ਅੱਖਾਂ ਤੋਂ ਬਹੁਤ ਜ਼ਿਆਦਾ ਵੀਕ ਹੋ ਚੁੱਕਿਆ ਸੀਗਾ ਉਸ ਵੇਲੇ, ਮੈਨੂੰ ਮਹਿਸੂਸ ਹੁੰਦਾ ਸੀ। ਔਰ ਮੇਰੇ ਐਗਜ਼ਾਮ ਸੀਗੇ, ਅਤੇ ਜਦੋਂ ਮੈਂ ਫੇਲ ਹੋਇਆ ਅਤੇ ਮੇਰੀ ਕੰਪਾਰਟਮੈਂਟ ਆਈ ਸੀਗੀ ਇੰਗਲਿਸ਼ ਅਤੇ ਮੈਥ ਦੇ ਵਿੱਚ, ਔਰ ਮੇਰਾ ਬੋਰਡ ਬਣਿਆ ਸੀ 46 ਮਾਡਲ 'ਚ। ਉਦੋਂ ਜਦੋਂ ਮੈਂ ਐਗਜ਼ਾਮ ਦੇਣ ਗਿਆ ਅਤੇ ਅੰਦਰ ਜਾਣ ਲੱਗਾ ਅਤੇ ਦੇਖਿਆ ਬਹੁਤ ਜ਼ਿਆਦਾ ਹਨੇਰਾ ਸੀ, ਔਰ ਮੈਂ ਉੱਥੇ ਰੋਣ ਲੱਗ ਗਿਆ ਕਿਉਂਕਿ ਮੇਰੇ ਨਾਲ ਦੇ ਬੱਚੇ ਸਹੀ ਸਲਾਮਤ ਜਾ ਰਹੇ ਸੀ। ਮੈਨੂੰ ਆਈਜ਼ ਕਰਕੇ ਚੱਲਣ 'ਚ ਵੀ ਪ੍ਰੋਬਲਮ ਆ ਰਹੀ ਸੀ। ਮੈਂ ਉੱਥੇ ਇੱਕ ਵਾਚਮੈਨ ਦਾ ਸਹਾਰਾ ਲਿਆ। ਮੈਂ ਕਿਹਾ ਪਲੀਜ਼ ਮੈਨੂੰ ਇੱਦਾਂ ਆਈਜ਼ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ, ਤੁਸੀਂ ਮੈਨੂੰ ਰੂਮ ਤੱਕ ਛੱਡਿਓ। ਉਹ ਮੈਨੂੰ ਛੱਡਣ ਗਏ, ਬਟ ਉਹ ਉੱਥੇ ਮੇਰਾ ਮਨ ਇੰਨਾ ਆਈਜ਼ ਦੀ ਵਜ੍ਹਾ ਕਰਕੇ ਪਰੇਸ਼ਾਨ ਹੋਇਆ, ਮੈਂ ਐਗਜ਼ਾਮ ਇੱਦਾਂ ਹੀ ਛੱਡ ਗਿਆ, ਔਰ ਮੈਂ 8th ਕਲਾਸ 'ਚੋਂ ਪੜ੍ਹਾਈ ਛੱਡਤੀ। ਕਿਉਂਕਿ ਛੱਡਣੀ ਵੀ ਸੀ ਇਸ ਕਰਕੇ ਕਿਉਂਕਿ ਮੈਨੂੰ ਨਹੀਂ ਦਿਖਦਾ ਸੀ ਅੱਗੇ। ਔਰ ਫਿਰ ਮੈਨੂੰ ਦਿਨ ਦੇ ਵਿੱਚ ਵੀ ਇੱਕ ਇਨਸਾਨ ਦਾ ਸਹਾਰਾ ਚਾਹੀਦਾ ਸੀ, ਇੱਕ ਮੋਢਾ ਚਾਹੀਦਾ ਸੀ ਜਿਹਦੇ ਮੋਢੇ 'ਤੇ ਮੈਂ ਹੱਥ ਰੱਖ ਕੇ ਚੱਲ ਸਕਾਂ। ਬਿਲਕੁਲ ਹੀ ਬੰਦ ਸੀਗਾ। ਜਿਵੇਂ ਜਿਵੇਂ ਮੇਰੀ ਉਮਰ ਵੱਧਦੀ ਗਈ, ਉਦੋਂ ਉਦੋਂ ਮੇਰੀ ਨਜ਼ਰ ਵੀ ਘਟਦੀ ਗਈ।
ਤੇ ਰਾਤ ਨੂੰ ਤਾਂ ਬਿਲਕੁਲ ਹੀ ਬੰਦ ਸੀਗਾ, ਰਾਤ ਨੂੰ ਮੈਂ ਤੁਰ ਫਿਰ ਨਹੀਂ ਸਕਦਾ ਸੀ। ਇਹ ਸੀ ਕਿ ਆਪਣੇ ਵਿਹੜੇ ਦੇ ਵਿੱਚ ਜਿਵੇਂ ਲਾਈਟਾਂ ਹੁੰਦੀਆਂ, ਬੰਦੇ ਨੂੰ ਤੱਕਿਆ ਜਾਂਦਾ ਰਾਸਤਾ ਕਿ ਇੱਧਰੋਂ ਇੱਧਰ ਵਾਸ਼ਰੂਮ ਆ ਜਾਂ ਇੱਧਰ ਇਹ ਕਮਰਾ ਆ, ਇੱਦਾਂ ਮੈਂ ਤੁਰ ਫਿਰ ਲੈਂਦਾ ਹੁੰਦਾ ਸੀ। ਅਦਰਵਾਈਜ਼ ਜੇ ਮੈਨੂੰ ਕੋਈ ਕਹਿੰਦਾ ਸੀ ਬਾਹਰ ਜਾਣ ਨੂੰ ਤਾਂ ਮੈਂ ਨਹੀਂ ਇਕੱਲਾ ਜਾ ਸਕਦਾ ਸੀਗਾ। ਔਰ ਟ੍ਰੀਟਮੈਂਟ ਮੈਂ ਇੰਨੇ ਕੁ ਕਰਾਏ। ਸਭ ਤੋਂ ਵੱਡੀ ਗੱਲ ਹੈ ਕਿ ਅੱਲਾ ਵੱਲੋਂ ਮੇਰੇ 'ਚ ਪੇਸ਼ੈਂਸ, ਹਿੰਮਤ ਬਹੁਤ ਸੀ। ਪਰ ਕਹਿੰਦੇ ਨੇ ਉਹ ਕਿਸੇ ਮੁਕਾਮ ਤੇ ਆ ਕੇ ਇਨਸਾਨ ਟੁੱਟਦਾ ਜ਼ਰੂਰ ਹੈ ਜਦੋਂ ਕਿਸੇ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਉਹਦਾ ਹੱਕ ਜਾਂ ਉਹਦੀ ਮਿਹਨਤ ਪੱਲੇ ਨਾ ਪਵੇ। ਮੈਂ PGI ਹਸਪੀਟਲ ਦੇ ਵਿੱਚ ਟ੍ਰੀਟਮੈਂਟ ਲਿਆ, ਜਿਹੜਾ ਮੰਨਿਆ ਹੋਇਆ ਹਸਪੀਟਲ ਚੰਡੀਗੜ੍ਹ। ਬਟ ਉਹਨਾਂ ਨੇ ਵੀ ਮੈਨੂੰ ਜਵਾਬ ਦੇ ਦਿੱਤਾ ਸੀਗਾ ਕਿ ਤੁਸੀਂ ਨਹੀਂ, ਇਹ ਤੁਹਾਡੀ ਪ੍ਰੋਬਲਮ ਠੀਕ ਹੋ ਸਕਦੀ। ਤੇ ਫਿਰ ਕਾਫੀ ਤਰ੍ਹਾਂ ਦੇ ਹਸਪੀਟਲ ਜਿੱਥੇ ਮੈਨੂੰ ਕੋਈ ਦੱਸਦਾ ਗਿਆ, ਜਿਨ੍ਹਾਂ ਨੇ ਮੇਰਾ ਦੁੱਖ ਸੁਣਿਆ, ਉਹ ਮੈਨੂੰ ਜਿੱਥੇ ਦੱਸਦੇ ਗਏ ਮੈਂ ਗਿਆ ਬਹੁਤ ਜ਼ਿਆਦਾ। ਪਰ ਹਾਰ ਕੇ ਮੈਨੂੰ ਕੁਛ ਮੇਰੀ ਮਿਹਨਤ ਪੱਲੇ ਨਹੀਂ ਪਈ, ਮੈਨੂੰ ਅੱਖਾਂ ਦਾ ਨਹੀਂ। ਹੁਣ ਜਾ ਕੇ ਮੈਨੂੰ ਇੰਨੀ ਕਿ ਜ਼ਿਆਦਾ ਪ੍ਰੋਬਲਮ ਹੋ ਗਈ ਸੀ ਕਿ ਦਿਨੇ ਵੀ ਮੈਂ ਘਰੇ ਬੈਠਣ ਲੱਗ ਗਿਆ ਸੀਗਾ। ਕੋਈ ਪੈਸਾ ਕਿੰਨਾ ਕੁ ਲੱਗਾ ਇਸ ਸਮੇਂ ਦੇ ਦੌਰਾਨ? ਤੁਹਾਡਾ ਕਿੰਨਾ ਪੈਸਾ ਲੱਗਾ? ਇੱਦਾਂ ਸੀਗਾ ਕਿ ਪੈਸਾ ਮੇਰੀ ਔਕਾਤ ਤੋਂ ਵੱਧ, ਕਿਉਂਕਿ ਮੇਰੀ ਉਨੀ ਔਕਾਤ ਨਹੀਂ ਸੀਗੀ। ਮੈਂ ਇੱਕ ਗਰੀਬ ਪਰਿਵਾਰ ਤੋਂ ਹਾਂ। ਮੇਰੇ ਪਾਪਾ ਨੇ ਜਿਹੜੇ ਉਹ ਮਜ਼ਦੂਰੀ ਕਰਦੇ ਨੇ, ਜਿਵੇਂ ਵੇਟਰ ਦੇ ਕੰਮ ਦੇ ਵਿੱਚ ਜਾਣਾ ਔਰ ਜਾਂ ਕਿਸੇ ਕੁਕਿੰਗ ਦੇ ਕੰਮ ਦੇ ਵਿੱਚ ਹੈਲਪਰ 'ਚ ਚਲੇ ਜਾਣਾ, ਐਸਾ ਕੁਛ ਦਿਹਾੜੀ ਮਜ਼ਦੂਰੀ ਕਰਦੇ ਸੀ। ਪਰ ਮੇਰੀ ਔਕਾਤ ਨਾਲੋਂ ਵੱਧ ਪੈਸਾ ਲੱਗਿਆ ਆ। ਉਹ ਕਿਵੇਂ ਵੀ ਕਰਕੇ ਅਸੀਂ ਰਿਸ਼ਤੇਦਾਰਾਂ ਤੋਂ ਫੜ ਕੇ ਜਦੋਂ ਕਿਤੇ ਜਾਣਾ, ਮੈਂ ਆਪਣੇ ਯਾਰ ਮਿੱਤਰਾਂ ਕੋਲੋਂ ਵੀ ਕਿਰਾਇਆ ਫੜਦਾ ਹੁੰਦਾ ਸੀ, ਮੈਨੂੰ ਯਾਦ ਆ, ਜਦੋਂ ਮੈਂ ਜਿੱਥੇ ਜਾਣਾ। ਪਰ ਕੁਛ ਨਹੀਂ ਪੱਲੇ ਪਿਆ ਨਿਕ। ਅੱਛਾ, ਜਿਹੜਾ ਤੁਸੀਂ ਅੱਜ ਇਹ ਸਿੰਗਿੰਗ ਦਾ ਗਾਇਕੀ ਦਾ ਜਿਹੜਾ ਤੁਸੀਂ ਹੁਨਰ ਆਪਣੇ 'ਚ ਲਿਆਂਦਾ ਹੈ, ਕੀ ਇਹ ਵੀ ਇਸ ਦਾ ਹੀ ਇੱਕ ਕਾਰਨ ਰਿਹਾ ਕਿ ਤੁਸੀਂ ਬਾਹਰ ਨਿਕਲਣੋਂ ਹਟ ਗਏ, ਤੁਹਾਨੂੰ ਦਿਖਣਾ ਬੰਦ ਹੋ ਗਿਆ ਤੇ ਤੁਸੀਂ ਆਪਣਾ ਆਪ ਜਿਹੜਾ ਉਸ ਰੱਬ ਦੇ ਚਰਨਾਂ 'ਚ ਲਾਤਾ ਸਿੰਗਿੰਗ ਦੇ ਰਾਹੀਂ? ਜੀ ਇੱਦਾਂ ਸੀਗਾ ਜੀ ਕਿ ਅੱਲਾ ਦੀ ਇਬਾਦਤ ਤੋਂ ਮੈਨੂੰ ਬਚਪਨ ਦਾ ਸ਼ੌਂਕ ਸੀ। ਮੈਂ ਕਿਸੇ ਨੂੰ ਇੰਨਾ ਇਨਸਾਨ ਨੂੰ ਨਹੀਂ ਮੰਨਦਾ ਜਿੰਨਾ ਮੈਂ ਅੱਲਾ ਦੀ ਇਬਾਦਤ ਦੇ ਵਿੱਚ ਵਿਸ਼ਵਾਸ ਰੱਖਦਾ ਜਾਂ ਅੱਲਾ ਨੂੰ ਮੱਦੇ ਨਜ਼ਰ ਰੱਖਦਾ। ਗੱਲ ਇੱਦਾਂ ਸੀਗੀ ਕਿ ਜਦੋਂ ਅੱਖਾਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਗਈ, ਮੈਂ ਸਟੇਜ 'ਤੇ ਜਾਣਾ, ਮੈਨੂੰ ਸਟੇਜ 'ਤੇ ਚੜ੍ਹਨ ਦੀ ਪ੍ਰੋਬਲਮ ਹੋ ਗਈ, ਫਿਰ ਸਟੇਜ ਤੋਂ ਉਤਰਨਾ। ਫਿਰ ਜਦੋਂ ਅਸੀਂ ਗਾਉਂਦੇ ਹਾਂ, ਜਦੋਂ ਇੱਕ ਸਾਊਂਡ ਲੱਗਦਾ, ਜਦੋਂ ਮਾਈਕ ਸਾਡੇ ਸਾਹਮਣੇ ਹੁੰਦੇ ਆ, ਫਿਰ ਉਹ ਇਹ ਵੀ ਨਹੀਂ ਪਤਾ ਲੱਗਦਾ ਸੀ ਕਿ ਮਾਈਕ ਕਿਹੜੇ ਪਾਸੇ ਆ, ਮੈਂ ਕਿੱਧਰ ਨੂੰ ਮੂੰਹ ਕਰਕੇ ਗਾਵਾਂ। ਇੰਨੀ ਮੈਨੂੰ ਜ਼ਿਆਦਾ ਪ੍ਰੋਬਲਮ ਹੋ ਗਈ। ਫਿਰ ਉਸ ਵਜ੍ਹਾ ਕਰਕੇ ਫਿਰ ਮੈਂ ਗਾਉਣਾ ਛੱਡਦਾ। ਅੱਜ ਮੈਨੂੰ 5-6 ਸਾਲ ਹੋ ਗਏ ਮੈਂ ਸਟੇਜ ਛੱਡੀ ਹੈ, ਜਦੋਂ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋਈ। ਹਾਂਜੀ। ਤੇ ਇੰਨਾ ਕੁਛ ਹੋਇਆ ਤੁਹਾਡੇ ਨਾਲ, ਪਰਿਵਾਰ ਦਾ ਸਾਥ ਰਿਹਾ ਤੁਹਾਨੂੰ? ਜੀ ਮੇਰੇ ਪੇਰੈਂਟਸ ਦਾ ਮੈਂ ਥੈਂਕਸ ਕਰਦਾ ਹਾਂ। ਅੱਲਾ ਹਰ ਇੱਕ ਨੂੰ ਇੱਦਾਂ ਦੇ ਪੇਰੈਂਟਸ ਦੇਵੇ। ਉਹਨਾਂ 'ਚ ਵੀ ਹੌਸਲਾ ਬਹੁਤ ਆ, ਕਿਉਂਕਿ ਉਹ ਮੈਨੂੰ ਦੇਖ ਕੇ ਜਿਉਂਦੇ ਨੇ। ਬਹੁਤ ਜ਼ਿਆਦਾ ਮਾਣ ਆ ਮੈਂ ਉਹਨਾਂ ਦਾ, ਔਰ ਉਹਨਾਂ ਦਾ ਸਾਥ ਹਮੇਸ਼ਾ ਮੇਰੇ ਨਾਲ ਸੀ, ਹੈ ਔਰ ਅੱਗੇ ਵੀ ਰਹੇਗਾ। ਮੇਰੇ ਹੌਸਲੇ ਮੇਰੇ ਮਾਂ ਪਿਓ ਨੇ। ਕਿੰਨੇ ਭੈਣ ਭਰਾ ਹੋ? ਅਸੀਂ 4 ਭੈਣ ਭਰਾ ਜੀ। ਇੱਕ ਮੇਥੋਂ ਵੱਡਾ ਆ ਬ੍ਰਦਰ, ਇੱਕ ਛੋਟਾ ਆ, ਇੱਕ ਛੋਟੀ ਸਿਸਟਰ ਆ। ਜਿਹੜੀ ਮੇਰੀ ਸਿਸਟਰ ਆ, ਉਹਨਾਂ ਨੂੰ ਵੀ ਸੇਮ ਇਹੀ ਪ੍ਰੋਬਲਮ ਆ। ਉਹ ਜ਼ਿਆਦਾ ਬਲਾਈਂਡ ਨੇ ਮੇਥੋਂ। ਹਾਂਜੀ। ਤੇ ਇੱਕ ਹੀ ਡਾਕਟਰ ਕੀ ਕਾਰਨ ਦੱਸਦੇ ਰਹੇ? ਜਿਨ੍ਹਾਂ ਕੋਲ ਤੁਸੀਂ ਜਾਂਦੇ ਰਹੇ, ਕੀ ਕਾਰਨ ਉਹਨਾਂ ਨੇ ਦੱਸਿਆ ਵੀ ਕੀ ਹੋਇਆ ਤੁਹਾਨੂੰ ਤੇ ਕੀ ਇਹ ਠੀਕ ਹੋ ਸਕਦਾ, ਨਹੀਂ ਹੋ ਸਕਦਾ, ਕੀ ਉਹ ਦੱਸਦੇ ਰਹੇ ਤੁਹਾਨੂੰ? ਐਕਚੁਅਲੀ ਇੱਦਾਂ ਸੀਗਾ ਜੀ, ਜਿਵੇਂ ਮੈਂ PGI ਦੇ ਸੀਨੀਅਰ ਡਾਕਟਰ ਡੋਗਰਾ ਨੇ, ਜਦੋਂ ਉਹਨਾਂ ਕੋਲ ਗਿਆ ਤੇ ਉਹਨਾਂ ਨੇ ਮੈਨੂੰ ਇਹੀ ਦੱਸਿਆ ਕਿ ਜਿਹੜੀਆਂ ਤੁਹਾਡੀ ਵੇਨਸ ਨੇ, ਅੱਖਾਂ ਦੀਆਂ ਨਸਾਂ ਨੇ ਜਿਹਨੂੰ ਪੰਜਾਬੀ 'ਚ ਕਹਿ ਦਿੰਦੇ, ਉਹ ਖਤਮ ਹੋ ਚੁੱਕੀਆਂ, ਬਿਲਕੁਲ ਹੀ ਡੈਮੇਜ ਹੋ ਚੁੱਕੀਆਂ, ਖਤਮ ਹੋ ਚੁੱਕੀਆਂ, ਜਿਹਨੂੰ ਮਰ ਗਈਆਂ ਕਹਿ ਸਕਦੇ ਹਾਂ। ਤੇ ਕਈ ਡਾਕਟਰ ਕਹਿੰਦੇ ਸੀ ਕਿ ਬਲੌਕ ਹੋ ਚੁੱਕੇ ਆ, ਕਈ ਡਾਕਟਰ ਕਹਿੰਦੇ ਸੀ ਕਿ ਗੰਢਾਂ ਬਣ ਗਈਆਂ ਨੇ, ਐਦਾਂ ਕੁਛ ਇਹ ਪ੍ਰੋਬਲਮਸ ਮੈਨੂੰ ਦੱਸਦੇ ਰਹੇ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਚੀਜ਼ ਦਾ ਅੱਖਾਂ ਦਾ, ਜੇ ਕੋਈ ਅੱਖਾਂ ਦੇ ਵਿੱਚ ਪ੍ਰੋਬਲਮ ਹੋਵੇ ਤੇ ਉਹਦਾ ਟ੍ਰੀਟਮੈਂਟ ਹੈਗਾ ਆ। ਪਰ ਜਿਹੜੇ ਅੱਖਾਂ ਦੀ ਵੇਨਸ ਦੀ ਗੱਲ ਕਰੀਏ, ਨਸਾਂ ਦੀ ਗੱਲ ਕਰੀਏ, ਉਹ ਜੇ ਡੈਮੇਜ ਹੋ ਜਾਣ ਤੇ ਆਲ ਵਰਲਡ ਇਸ ਚੀਜ਼ ਦਾ ਟ੍ਰੀਟਮੈਂਟ ਨਹੀਂਗਾ ਜੀ। ਤੇ ਫਿਰ ਜਦੋਂ ਤੁਹਾਡੀਆਂ ਅੱਖਾਂ ਦੀ ਵੇਨਸ ਬਾਰੇ ਤੁਹਾਨੂੰ ਪਤਾ ਲੱਗਾ ਤੇ ਇੱਕ ਵਾਰ ਮਨ ਹਾਰ ਗਿਆ, ਰੋ ਪਏ ਹੋਣੇ ਤੁਸੀਂ ਤਾਂ ਸੁਣ ਕੇ ਵੀ? ਤਾਂ ਜੀ ਬਿਲਕੁਲ, ਮੈਂ ਹਿੰਮਤ ਉਹੀ ਹੈ ਨਾ, ਮੇਰੇ 'ਚ ਹਿੰਮਤ ਬਹੁਤ ਸੀ, ਪਰ ਮੈਂ ਇੰਨਾ ਕੁ ਦੌੜਿਆ ਆਪਣੀ ਅੱਖਾਂ ਲਈ, ਆਪਣੇ ਸਰੀਰ ਲਈ। ਤੇ ਜਦੋਂ ਮੈਨੂੰ ਹਰ ਪਾਸਿਓਂ ਨਿਰਾਸ਼ਾ ਹੀ ਮਿਲਦੀ ਰਹੀ ਕਿ ਨਹੀਂ ਹੋਣਗੀਆਂ ਠੀਕ, ਨਹੀਂ ਹੋਣਗੀਆਂ ਠੀਕ, ਇੱਕ ਵਾਰੀ ਮੈਂ ਟੁੱਟ ਚੁੱਕਾ ਸੀ। ਫਿਰ ਮੈਂ ਕਾਫੀ ਟਾਈਮ ਲਈ ਘਰੇ ਬਹਿ ਗਿਆ ਸੀ ਕਿ ਅੱਲਾ 'ਤੇ ਛੱਡਤਾ ਸੀ ਕਿ ਮੈਨੂੰ ਪਤਾ ਹੈ ਹੁਣ ਮੈਂ ਠੀਕ ਨਹੀਂ ਹੋਣਾ ਤੇ ਰੱਬ ਦਾ ਭਾਣਾ ਮੰਨਣ 'ਚ ਹੀ ਅੱਛੀ ਗੱਲ ਆ। ਦਰਦ ਜਿਹੜਾ ਉਹ ਗਾਇਕੀ ਦੇ ਵਿੱਚ ਵੀ ਨਿਕਲ ਕੇ ਆਉਂਦਾ ਰਿਹਾ? ਜੀ ਮੈਂ ਅੱਜ ਤੱਕ ਜੋ ਵੀ ਗਾਇਆ, ਮੈਂ ਆਪਣੇ ਅਲਫਾਜ਼, ਜੋ ਲਫ਼ਜ਼ ਮੈਂ ਬੋਲਦਾ ਹਾਂ, ਉਹ ਮੇਰੇ ਦਰਦ ਨੇ।
ਉਹ ਮੇਰੇ ਦਰਦ ਹੀ ਬੋਲਦੇ ਨੇ। ਮੈਂ ਕਿਸ ਨੂੰ ਦਰਦ ਸੁਣਾਵਾਂ, ਮੇਰੇ ਦਰਦ ਬੋਲਦੇ ਨੇ। ਮੈਂ ਜਾਂ ਇਹ ਕਹਿ ਲਓ ਕਿ ਜੋ ਮੁझ में बोलता है मैं नहीं हूँ, ये जलवा यार का है मैं नहीं। क्योंकि फिर मैं अपनी सारी ज़िंदगी, अपना शरीर, अपनी जवानी, अपनी मेहनत मैं अल्लाह वाले पासे लाती। ਯਾਨੀ ਸੂਫੀਆਨਾ ਕਲਾਮ ਵਾਲੇ ਪਾਸੇ ਜਾਣ ਦਾ ਇੱਕ ਕਾਰਨ, ਇਹਦੇ ਵਿੱਚੋਂ ਵੱਡਾ ਕਾਰਨ ਇਹ ਰਿਹਾ ਕਿ ਤੁਹਾਡੀਆਂ ਅੱਖਾਂ ਦੀ ਜੋਤ ਜਿਹੜੀ ਆ ਉਹਨੇ ਤੁਹਾਡਾ ਸਾਥ ਨਹੀਂ ਦਿੱਤਾ, ਤੁਸੀਂ ਰੱਬ ਦੇ ਹਵਾਲੇ ਕਰਤਾ ਆਪਣੇ। ਜੀ ਜੀ ਜੀ, ਬਿਲਕੁਲ ਬਿਲकुल। ਮੈਂ ਇਹ ਸੋਚਦਾ ਕਿ ਰੱਬ ਦੀ ਗੋਦੀ ਵਰਗਾ ਨਿੱਘ ਕਿਤੇ ਨਹੀਂ ਹੈਗਾ ਆ। ਸੋ ਮੈਂ ਆਪਣੀ ਜ਼ਿੰਦਗੀ ਹੁਣ ਵੀ ਅੱਲਾ ਦੇ ਵਸ ਤੇ ਰੱਬ ਦੇ ਵਸ ਪਾਈ ਹੋਈ ਆ, ਉਹ ਜਿਵੇਂ ਚਾਹੁੰਦਾ ਆ। ਅੱਛਾ, ਤੁਸੀਂ ਦੱਸਿਆ ਕਿ ਸਟੇਜਾਂ ਦੇ ਉੱਤੇ ਤੁਸੀਂ ਜਾਂਦੇ ਰਹੇ, ਗਾਇਕ ਦੀ ਗੱਲ ਹੈ। ਇਸ ਤੋਂ ਇਲਾਵਾ ਤੁਸੀਂ ਕੁਝ ਹੋਰ ਤੁਹਾਡੀ ਐਲਬਮ ਜਾਂ ਕੋਈ ਇਸ ਤਰ੍ਹਾਂ ਦੇ ਕੋਈ ਕਿਸੇ ਤਰੀਕੇ ਨਾਲ ਕੋਈ ਜਿਹੜਾ ਵੱਡੀ ਲੈਵਲ ਦੇ ਉੱਤੇ ਤੁਸੀਂ ਜਿਹੜੇ ਸਿੰਗਿੰਗ ਲੈਵਲ ਤੇ ਪਬਲਿਕ ਦੇ ਵਿੱਚ ਗਏ ਹੋ, ਕੋਈ ਇਸ ਤਰ੍ਹਾਂ ਦਾ ਕੋਈ ਨਿਕਲਿਆ ਬਾਹਰ? ਉੱਦਾਂ ਮੈਂ ਸਟੇਜ ਸ਼ੋਅ ਕਾਫੀ ਕੀਤੇ ਆ। ਮੈਂ ਕਾਫੀ ਦੂਰ ਦੂਰ ਤੱਕ ਸਟੇਜ ਸ਼ੋਅ ਲਾ ਕੇ ਆਇਆ, ਜਿਵੇਂ ਸੂਫੀਆਨਾ ਦੇ ਜਾਂ ਫਿਰ ਗਜ਼ਲ ਦੇ ਸਟੇਜ ਮੈਂ ਕਾਫੀ ਲਾਏ ਨੇ। ਕਲੱਬਾਂ ਦੇ ਵਿੱਚ ਵੀ ਮੈਂ ਸ਼ੋਅ ਲਾਏ ਨੇ ਕਾਫੀ ਟਾਈਮ। ਔਰ ਇੱਕ ਮੇਰਾ ਸੌਂਗ ਪਿੱਛੇ 7-8 ਮਹੀਨੇ ਹੋਏ ਆ, ਸੌਂਗ ਜ਼ਿੰਦਗੀ ਆਏ ਸੀ। ਉਹ ਵੀ ਮੇਰੀ ਇੰਨੀ ਔਕਾਤ ਨਹੀਂ ਸੀ ਕਿ ਮੈਂ ਉਸ ਗਾਣੇ 'ਤੇ ਕੋਈ ਬਜਟ ਲਾ ਸਕਾਂ, ਪੈਸਾ ਲਾ ਸਕਾਂ। ਉਹਦਾ ਵਿੱਚ ਮੈਂ ਥੈਂਕਸ ਕਰਦਾ ਹਾਂ ਮੇਰੇ ਫਰੈਂਡ ਸਰਕਲ ਦਾ, ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਔਰ ਉਹ ਮੇਰਾ ਗਾਣਾ ਰਿਲੀਜ਼ ਕਰਵਾਇਆ। ਹਾਂਜੀ। ਅੱਛਾ, ਹੁਣ ਆਈਏ ਵੀ ਆਪਾਂ ਇੰਨਾ ਕੁਝ ਹੋਇਆ, ਤੁਸੀਂ ਇਸ ਲੈਵਲ ਤੇ ਪਹੁੰਚ ਗਏ ਤੇ ਚਲੋ ਪਰਮਾਤਮਾ ਨੇ ਤੁਹਾਨੂੰ ਇੰਨਾ ਵੀ ਸਾਥ ਤੁਹਾਡੇ ਨਾਲ ਦਿੱਤਾ ਕਿ ਤੁਹਾਨੂੰ ਆਵਾਜ਼ ਦਿੱਤੀ ਅੱਛੀ, ਤੇ ਤੁਸੀਂ ਸਟੇਜ ਸ਼ੋਅ ਵੀ ਕੀਤੇ, ਪਲੱਸ ਤੁਸੀਂ ਜਿਹੜੇ ਹੁਣ ਇੱਕ ਐਲਬਮ ਦੀ ਵੀ ਤੁਸੀਂ ਜਿਹੜੀ ਹੈ ਉਹ ਰਿਲੀਜ਼ ਕਰਵਾਈ ਹੈਗੀ ਹੈ। ਪਰ ਇਹਦੇ ਨਾਲ ਨਾਲ ਜਦੋਂ ਤੁਸੀਂ ਸਾਰੇ ਪਾਸੋਂ ਹਾਰ ਗਏ, ਫਿਰ ਅੱਗੇ ਕੋਈ ਹੋਪ ਨਜ਼ਰ ਆਈ ਤੁਹਾਨੂੰ? ਫਿਰ ਮੇਰੀ ਜ਼ਿੰਦਗੀ ਨੇ ਇੱਕਦਮ ਮੋੜ ਲਿਆ। ਕਦੋਂ? ਮੇਰੀ ਜ਼ਿੰਦਗੀ ਦਾ ਮੋੜ ਇੱਕ ਇੱਦਾਂ ਆਇਆ ਕਿ ਮੇਰੇ ਕੋਈ ਨੌਨ 'ਚ ਸੀਗੇ, ਉਹਨਾਂ ਨੇ ਇੱਕ YouTube ਤੇ ਨੈੱਟ ਤੇ ਇੱਕ ਵੀਡੀਓ ਵੇਖੀ। ਉਹ ਵੀਡੀਓ ਪਟਿਆਲੇ ਦੀ ਸੀਗੀ, ਡਾਕਟਰ ਸਾਹਿਬ ਜੀ ਦੀ, ਉਹ ਆਈ ਸਪੈਸ਼ਲਿਸਟ ਨੇ। ਉਹਨਾਂ ਦੀ ਵੀਡੀਓ ਵੇਖੀ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਯਾਰ ਤੇਰੀ ਜਿਹੜੀ ਪ੍ਰੋਬਲਮ ਆ, ਮੈਨੂੰ ਉਹਨਾਂ ਨੇ ਕਿਹਾ ਮੇਰੇ ਨੌਨ ਨੇ ਕਿ ਸੂਫੀ ਯਾਰ ਜਿਹੜੀ ਤੇਰੀ ਪ੍ਰੋਬਲਮ ਆ ਆਈਜ਼ ਦੀ, ਉਹਦਾ ਹੱਲ ਹੋ ਗਈ, ਉਹਦਾ ਟ੍ਰੀਟਮੈਂਟ ਆ ਗਿਆ। ਮੈਂ ਕਿਹਾ ਕਿਵੇਂ? ਤੇ ਉਹਨਾਂ ਨੇ ਫਿਰ ਮੈਨੂੰ ਲਿੰਕ ਭੇਜਿਆ ਸੀਗਾ। ਉਹ ਮੈਂ ਲਿੰਕ, ਕਿਉਂਕਿ ਵੇਖਣਾ ਬਹੁਤ ਘੱਟ ਹੈ, ਸੁਣਿਆ ਮੈਂ ਲਿੰਕ। ਤੇ ਮੈਂ ਕਿਹਾ ਯਾਰ ਮੇਰੇ ਦਿਲ ਦੇ ਵਿੱਚ ਇੱਕ ਖੁਸ਼ੀ ਜਾਗੀ ਕਿ ਹਾਂ ਆਈ ਹੋਪ ਕਿ ਹੋ ਸਕਦਾ ਹੁਣ ਕਿ ਅੱਲਾ ਵੱਲੋਂ ਸ਼ਾਇਦ ਮੇਰੀ ਦੁਆ ਸੁਣੀ ਗਈ, ਜਾਂ ਮੇਰਾ ਬਾਬਾ ਬੁੱਲੇ ਸ਼ਾਹ ਵਾਂਗੂ ਨੱਚਣਾ ਜਾਂ ਗਾਉਣਾ ਮੇਰੀ ਇਬਾਦਤ ਸੀ, ਉਹ ਮੇਰੀ ਇਬਾਦਤ ਕਬੂਲ ਹੋਈ। ਤੇ ਉਹ ਫਿਰ ਮੈਂ ਜਦੋਂ ਉਹ ਜਿਨ੍ਹਾਂ ਨੇ ਮੈਨੂੰ ਦੱਸਿਆ ਸੀਗਾ, ਮੇਰੇ ਨੌਨ ਨੇ ਮੇਰੇ ਫਰੈਂਡ ਸਰਕਲ ਦੇ ਵਿੱਚ, ਉਹੀ ਮੈਨੂੰ ਇੱਥੇ ਲੈ ਕੇ ਆਏ, ਪਟਿਆਲੇ ਹਸਪੀਟਲ 'ਚ ਲੈ ਕੇ ਆਏ। ਕਿੱਥੇ? ਸਰਹੰਦ ਰੋਡ ਤੇ ਸਰਕਾਰੀ ਪ੍ਰੈਸ ਦੇ ਕੋਲ ਹਸਪੀਟਲ, ਆਈਜ਼ ਹਸਪੀਟਲ। ਤੇ ਉੱਥੇ ਮੈਨੂੰ ਲੈ ਕੇ ਆਏ। ਤੇ ਜਦੋਂ ਮੈਂ ਫਸਟ ਟਾਈਮ ਡਾਕਟਰ ਸਾਹਿਬ ਨੂੰ ਮਿਲਿਆ, ਉਹਨਾਂ ਨੇ ਪਹਿਲਾਂ ਮੈਨੂੰ ਜਿਵੇਂ ਇੱਕ ਸਪੈਲਿੰਗ ਵਗੈਰਾ ਚੈੱਕ ਕਰਵਾਉਂਦੇ ਕਿ ਤੁਸੀਂ ਦੇਖੋ ਕਿੰਨਾ ਕੁ ਦਿਖਦਾ ਹੈ, ਔਰ ਮੈਨੂੰ ਪਹਿਲਾ ਅੱਖਰ ਵੀ ਨਹੀਂ ਸੀ ਦਿਸਿਆ। ਅੱਛਾ, ਮੋਟੇ ਤੋਂ ਮੋਟਾ ਸਭ ਤੋਂ ਵੱਡਾ ਅੱਖਰ ਹੁੰਦਾ ਹੈ ਉੱਪਰ ਫਸਟ ਲਾਈਨ 'ਚ, ਉਹ ਵੀ ਨਹੀਂ ਮੈਨੂੰ ਦਿਸਿਆ। ਫਿਰ ਉਹਨਾਂ ਨੇ ਕੀ ਕੀਤਾ, ਮੇਰੇ ਸਿਰਫ 10-15 ਮਿੰਟ ਲਏ, ਉਹਨਾਂ ਨੇ ਮੇਰੇ ਆਈ ਡ੍ਰੌਪ ਆਏ ਆ, ਕੁਛ ਇਕੋ ਪ੍ਰੈਸ਼ਰ ਕਰਦੇ ਰਹੇ ਆ, ਔਰ ਉਹਨਾਂ ਨੇ ਮੇਰੇ ਤੇ ਮਿਹਨਤ ਕੀਤੀ ਉਸ ਦਿਨ 10-15 ਮਿੰਟ 'ਚ ਜੋ ਜਿੰਨਾ ਉਹ ਕਰ ਸਕਦੇ ਸੀ। ਮੈਂ ਇਹ ਗੱਲ ਕਹਿੰਦਾ ਕਿ ਆਈ ਕਾਂਟ ਬਲੀਵ ਦਿਸ ਕਿ ਐਸਾ ਵੀ ਜ਼ਿੰਦਗੀ ਦੇ ਵਿੱਚ ਹੋ ਸਕਦਾ ਆ। ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮੈਨੂੰ ਉਹ ਅੱਖਰ ਦਿਖਾਏ, ਭਾਜੀ ਮੇਰੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਅੱਲਾ ਵੱਲੋਂ ਐਸੀ ਰਹਿਮਤ ਹੋਈ, ਐਸਾ ਫਜ਼ਲ, ਐਸਾ ਫੈਜ਼ ਬਰਸਿਆ ਅੱਲਾ ਵੱਲੋਂ ਕਿ ਉਹ ਮੈਨੂੰ ਜਿਹੜਾ ਸਭ ਤੋਂ ਉੱਪਰ ਅਕਸ਼ਰ ਸੀ ਉਹ ਏ ਸੀ, ਮੈਨੂੰ ਕਲੀਅਰ ਹੋਣਾ ਸ਼ੁਰੂ ਹੋ ਗਿਆ ਪਹਿਲੀ ਵਾਰ 'ਚ, ਫਸਟ ਟਾਈਮ 'ਚ। ਔਰ ਉਦੋਂ ਮੈਂ ਰੋ ਵੀ ਪਿਆ। ਉਦੋਂ ਮੇਰੇ ਖੁਸ਼ੀ ਦੇ ਹੰਝੂ ਸੀਗੇ। ਉਸ ਤੋਂ ਪਹਿਲਾਂ ਜਦੋਂ ਮੈਂ ਰੋਇਆ ਤੇ ਮੈਂ ਆਪਣੇ ਦੁੱਖ ਤੇ ਰੋਇਆ, ਪਰ ਉਹ ਜਿਹੜਾ ਮੇਰਾ ਰੋਣਾ ਸੀ ਉਹ ਅਵੱਲਾ ਸੀ, ਉਹ ਮੇਰੇ ਖੁਸ਼ੀ ਦੇ ਹੰਝੂ ਸੀਗੇ। ਔਰ ਮੈਂ ਡਾਕਟਰ ਸਾਹਿਬ ਨੂੰ ਕਿਹਾ, ਮੈਂ ਥੈਂਕਸ ਕੀਤਾ ਉਹਨਾਂ ਦਾ। ਤੇ ਉਹ ਕਹਿੰਦੇ ਕੋਈ ਗੱਲ ਨਹੀਂ, ਤੂੰ ਹੌਸਲਾ ਨਾ ਹਾਰ ਤੇ ਟੈਨਸ਼ਨ ਨਾ ਲੈ, ਅੱਲਾ ਵੱਲੋਂ ਹੁਣ ਤੇਰੀ ਦੁਆ ਸੁਣੀ ਗਈ ਹੈ ਤੇ ਤੂੰ ਠੀਕ ਹੋ ਜਾਏਗਾ। ਤੇ ਕੁਛ ਉਹਨਾਂ ਨੇ ਮਿਹਨਤ ਕੀਤੀ। ਫਿਰ ਇੱਦਾਂ ਹੀ ਉਹ ਮੈਨੂੰ 1-2 ਵਾਰੀ ਉਹਨਾਂ ਨੇ ਬੁਲਾਇਆ। ਉਸ ਤੋਂ ਬਾਅਦ ਜਦੋਂ ਉਹਨਾਂ ਨੇ ਸੈਕਿੰਡ ਜਾਂ ਥਰਡ ਟਾਈਮ ਮੇਰੇ ਦਵਾਈ ਪਾਈ ਹੈ ਨਾ ਅੱਖਾਂ 'ਚ, ਭਾਜੀ ਮੈਂ ਸੱਚੀ ਕਹਿੰਦਾ ਉਸ ਸੈਕਿੰਡ ਲਾਈਨ ਮੈਨੂੰ ਕਲੀਅਰ ਹੋਣੀ ਸ਼ੁਰੂ ਹੋ ਗਈ। ਪਹਿਲੀ ਲਾਈਨ ਦੇ ਵਿੱਚ ਏ ਸੀਗਾ, ਉਹ ਮੈਨੂੰ ਕਲੀਅਰ ਹੋਇਆ। ਸੈਕਿੰਡ ਲਾਈਨ ਦੇ ਵਿੱਚ ਓ ਸੀ ਤੇ ਐਕਸ ਸੀ, ਉਹ ਮੈਨੂੰ ਕਲੀਅਰ ਹੋਇਆ। ਅੱਜ ਇਹ ਹੈ ਕਿ ਮੈਨੂੰ ਕੋਈ 15-20% ਮੈਂ ਰਿਲੀਫ 'ਚ ਹਾਂ ਔਰ ਮੈਨੂੰ ਰਿਜ਼ਲਟ ਮਿਲਿਆ। ਅਜੇ ਕੁਝ ਮੈਂ ਜ਼ਿਆਦਾ ਨਹੀਂ ਗਿਆ, ਹਫਤਾ 10 ਦਿਨ ਉਹਨਾਂ ਕੋਲ ਗਿਆ ਹਾਂ, ਔਰ ਹਫਤਾ 10 ਦਿਨ ਦੇ ਵਿੱਚ ਮੈਨੂੰ 15 ਤੋਂ 20% ਮੈਨੂੰ ਪ੍ਰੋਬਲਮ ਮਸਲਾ ਹੱਲ ਹੋਇਆ। ਪਹਿਲਾਂ ਤੁਸੀਂ ਕਹਿ ਰਹੇ ਸੀ ਵੀ ਮੈਨੂੰ ਕੋਲੇ ਖੜਾ ਮਾਈਕ ਵੀ ਨਜ਼ਰ ਨਹੀਂ ਆਉਂਦਾ ਸੀ। ਮਾਈਕ ਇਸ ਲੈਵਲ ਤੇ ਹੁੰਦਾ, ਇਸ ਲੈਵਲ ਤੋਂ ਵੀ ਤੁਹਾਨੂੰ ਮਾਈਕ ਨਜ਼ਰ ਨਹੀਂ ਸੀ ਆਉਂਦਾ ਵੀ ਕਿੱਧਰ ਨੂੰ ਮੂੰਹ ਕਰਕੇ ਕਰਨਾ। ਕਿ ਜੇ ਮੈਂ ਤੁਹਾਡਾ ਹੁਣ ਟੈਸਟ ਲੈਣਾ ਹੋਵੇ
ਕੀ ਤੁਹਾਨੂੰ ਇਹ ਨਜ਼ਰ ਆਉਂਦਾ ਵੀ ਕਿੰਨੇ ਨੇ ਇਹ? ਜੀ ਜੀ ਬਿਲਕੁਲ। ਇਹ ਕਿੰਨੇ ਨੇ ਇਹ? 4। ਬਿਲਕੁਲ ਤੁਹਾਨੂੰ ਨਜ਼ਰ ਆਉਣ ਲੱਗ ਗਿਆ। ਚਾਰ ਹੀ ਨੇ। ਜੀ ਇਹਦਾ ਮਤਲਬ ਹੈ ਕਿ ਤੁਹਾਨੂੰ ਇਹ ਬਰੀਕ ਨੇ, ਜੀ ਜੀ ਮਾਈਕ ਨਾਲੋਂ ਵੀ ਕਿਤੇ ਬਰੀਕ ਨੇ ਇਹ, ਹਾਂਜੀ ਤੇ ਤੁਹਾਨੂੰ ਨਜ਼ਰ ਆ ਰਿਹਾ, ਦੈਟ ਮੀਨਸ ਕਿ ਤੁਹਾਨੂੰ ਫਰਕ ਕਾਫੀ ਪਿਆ। ਜੀ ਇਨਸ਼ਾ। ਹੁਣ ਮੈਨੂੰ ਇਹ ਦੱਸੋ ਕਿ ਕੀ ਇਹੋ ਜਿਹਾ ਤੁਹਾਨੂੰ ਉਸ ਤੋਂ ਬਾਅਦ ਡਾਕਟਰ ਸਾਹਿਬ ਨੇ, ਜਿਹੜੇ ਡਾਕਟਰ ਵਿਕਰਮ ਤੇ ਡਾਕਟਰ ਦੀਕਸ਼ਿਤ, ਇਹਨਾਂ ਨੇ ਤੁਹਾਨੂੰ ਕੀ ਸਮਝਾਇਆ ਵੀ ਕੀ ਹੋਇਆ ਤੇ ਕੀ ਹੋ ਸਕਦਾ ਅੱਗੇ? ਮੈਂ ਸਭ ਤੋਂ ਪਹਿਲਾਂ ਡਾਕਟਰ ਵਿਕਰਮ ਜੀ ਦਾ ਮੈਂ ਥੈਂਕਸ ਕਰਾਂਗਾ, ਕਿਉਂਕਿ ਇੱਕ ਟੁੱਟੇ ਹੋਏ ਇਨਸਾਨ ਨੂੰ ਸਹਾਰਾ ਦੇ ਦੇਣਾ, ਇੱਕ ਰੋਂਦੇ ਹੋਏ ਇਨਸਾਨ ਨੂੰ ਹਸਾ ਦੇਣਾ, ਇਸ ਤੋਂ ਵੱਡਾ ਕੋਈ ਪੁੰਨ ਨਹੀਂ। ਇਹ ਸਭ ਤੋਂ ਵੱਡੀ ਖੁਸ਼ੀ ਅੱਲਾ ਵੱਲੋਂ ਫਜ਼ਲ ਆ। ਮੈਂ ਜਦੋਂ ਉਹਨਾਂ ਨੂੰ ਪ੍ਰੋਬਲਮ ਦੱਸੀ ਕਿ ਡਾਕਟਰ ਸਾਹਿਬ ਵੀ ਮੈਨੂੰ ਫਾਈਨੈਂਸ਼ੀਅਲੀ ਪ੍ਰੋਬਲਮ ਬਹੁਤ ਆ, ਕਿਉਂਕਿ ਹੁਣ ਮੈਂ ਇਕੱਲਾ ਆ। ਪਹਿਲਾਂ ਮੈਂ ਕਮਾਉਂਦਾ ਸੀ, ਸਟੇਜ ਸ਼ੋਅ ਲਾਉਂਦਾ ਸੀ, 200-400 1000 2000 ਮੈਂ ਜਿੱਥੋਂ ਵੀ ਲਿਆਉਂਦਾ ਸੀ, ਮੇਰਾ ਖਰਚਾ ਵੀ ਚੱਲਦਾ ਰਹਿੰਦਾ ਸੀਗਾ। ਤੇ ਹੁਣ ਮੈਂ ਬੈਠਿਆ ਹੋਇਆ ਘਰੇ, ਮੇਰੇ ਪਾਪਾ ਮਜ਼ਦੂਰੀ ਕਰਦੇ ਨੇ। ਮੈਂ ਉਹਨਾਂ ਨੂੰ ਸਾਰੀ ਪ੍ਰੋਬਲਮ ਦੱਸੀ, ਪਰ ਮੈਂ ਥੈਂਕਸ ਕਰਦਾ ਹਾਂ ਡਾਕਟਰ ਵਿਕਰਮ ਜੀ ਦਾ, ਜਿਨ੍ਹਾਂ ਨੇ ਮੈਨੂੰ ਹੌਸਲਾ ਦਿੱਤਾ ਔਰ ਮੈਨੂੰ ਡਿੱਗਦੇ ਨੂੰ ਗੱਲ ਨਾਲ ਲਾਇਆ। ਉਹਨਾਂ ਨੇ ਇਹੀ ਗੱਲ ਕਹੀ ਕਿ ਤੂੰ ਪੈਸਿਆਂ ਦੀ ਚਿੰਤਾ ਨਹੀਂ ਕਰਨੀ, ਇਹ ਤੇਰਾ ਇਲਾਜ ਸਾਡੇ ਵੱਲੋਂ ਫ੍ਰੀ ਆ। ਮੈਂ ਥੈਂਕਸ ਕਰਦਾ ਉਹਨਾਂ ਦਾ ਜੀ। ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਤੁਹਾਨੂੰ ਜਿਹੜਾ ਬਿਲਕੁਲ ਠੀਕ ਹੋ ਜਾਏਗਾ, ਤੁਹਾਡਾ ਕਿੰਨੀ ਚਿਰ 'ਚ ਠੀਕ ਹੋ ਜਾਏਗਾ? ਜੀ ਵਿਸ਼ਵਾਸ ਦੀ ਗੱਲ ਇਦਾਂ ਹੁੰਦੀ ਹੈ ਜੀ ਕਿ ਵਿਸ਼ਵਾਸ ਮੇਰਾ ਆਪਣਾ ਇਸ ਕਰਕੇ ਬਣਿਆ ਕਿਉਂਕਿ ਉਹ ਚੀਜ਼ ਮੈਨੂੰ ਦਿਸੀ ਉਹਨਾਂ ਦੀ ਮਿਹਨਤ ਸਦਕਾ, ਡਾਕਟਰ ਸਾਹਿਬ ਜੀ ਦੀ ਮਿਹਨਤ ਸਦਕਾ। ਉਹ ਚੀਜ਼ ਜੋ ਸਪੈਲਿੰਗ ਮੈਨੂੰ ਦੱਸਦੇ ਸੀ। ਇੱਕ ਦਿਨ ਇਦਾਂ ਹੀ ਅਸੀਂ ਬੈਠੇ ਹੋਏ ਕਾਫੀ ਡਾਕਟਰ ਸਾਹਿਬ ਜੀ ਦੀ ਕਲੀਨਿਕ 'ਚ, ਮੈਂ ਟ੍ਰੀਟਮੈਂਟ ਲਈ ਆਇਆ ਹੋਇਆ ਸੀ, ਤੇ ਉਹਨਾਂ ਨੇ ਮੈਨੂੰ ਪੁੱਛ ਲਿਆ, ਕਹਿੰਦਾ ਫਕੀਰ ਮੇਰੀ ਪੱਗ ਦਾ ਰੰਗ ਕਿਹੜਾ ਆ? ਤੇ ਮੈਨੂੰ ਪੱਗ ਦਾ ਰੰਗ ਦੇਖਿਆ, ਮੈਂ ਕਿਹਾ ਭਾਜੀ ਡਾਰਕ ਬਲੂ ਕਲਰ ਆ। ਉਹ ਬਹੁਤ ਖੁਸ਼ ਹੋਏ ਕਿਉਂਕਿ ਉਹ ਮੈਨੂੰ ਦਿਖਣ ਲੱਗ ਗਿਆ, ਮੈਨੂੰ ਨਹੀਂ ਪਤਾ ਲੱਗਦਾ ਸੀ ਪਹਿਲਾਂ। ਫਿਰ ਮੈਨੂੰ ਕਹਿੰਦੇ ਜਾ ਵੀ ਲੌਬੀ 'ਚ ਗੇੜਾ ਲਾ ਕੇ ਆ, ਉੱਥੇ ਦੇਖ ਸੋਫੇ ਤੇ ਕਿੰਨੇ ਬੰਦੇ ਬੈਠੇ ਨੇ। ਮੈਂ ਜਦੋਂ ਆਇਆ ਉੱਥੋਂ ਤੱਕ ਗੇੜਾ ਲਾ ਕੇ ਆਇਆ, ਤੇ ਮੈਂ ਭਾਜੀ ਕੋਲ ਆਇਆ, ਮੈਂ ਕਿਹਾ ਭਾਜੀ ਇੱਕ ਮੀਆਂ ਬੀਬੀ ਬੈਠੇ ਹੋਏ ਨੇ। ਉਹ ਬਹੁਤ ਖੁਸ਼ ਹੋਏ। ਇੱਥੋਂ ਮੈਨੂੰ ਖੁਦ ਰਿਜ਼ਲਟ ਮਿਲਣਾ ਸ਼ੁਰੂ ਹੋਇਆ। ਜਦੋਂ ਫਸਟ ਟਾਈਮ ਮੈਂ ਦਵਾਈ ਪਵਾ ਕੇ ਇੱਥੋਂ ਬਾਏ ਕਾਰ ਮੇਰੇ ਨਾਲ ਜਿਹੜੇ ਆਏ ਸੀਗੇ ਉਹਨਾਂ ਦੇ ਨਾਲ ਆਇਆ, ਮੈਂ ਇਹ ਚੀਜ਼ ਨੋਟ ਕਰਦਾ ਗਿਆ ਕਿ ਜਦੋਂ ਮੈਂ ਸੜਕ ਤੇ ਚੱਲਦਾ ਸੀ, ਮੈਨੂੰ ਸੜਕ ਦੀ ਜਿਹੜੀ ਵਾਈਟ ਪੱਟੀ ਹੁੰਦੀ ਆ ਉਹ ਵੀ ਨਹੀਂ ਸੀ ਕਲੀਅਰ ਹੁੰਦੀ, ਉਹ ਵੀ ਨਹੀਂ ਸੀ ਦਿਖਦੀ। ਮੈਂ ਆਪਣੇ ਨਾਲ ਬੈਠਿਆਂ ਨੂੰ ਮੈਂ ਖੁਸ਼ ਹੋਈ ਜਾਵਾਂ, ਮੈਂ ਕਿਹਾ ਯਾਰ ਮੈਨੂੰ ਵਾਈਟ ਪੱਟੀ ਦਿਸਦੀ ਪਈ ਆ। ਉਹ ਵੀ ਬੜੇ ਖੁਸ਼ ਹੋਏ, ਕਹਿੰਦਾ ਬਹੁਤ ਅੱਛੀ ਗੱਲ, ਕਿਉਂਕਿ ਉਹ ਮੇਰੇ ਨਾਲ ਰਹੇ ਨੇ। ਫਿਰ ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਯਾਰ ਉਹ ਇੰਨੀ ਦੂਰ ਤੋਂ ਸਾਹਮਣੇ ਉੱਦਾਂ ਇਹ ਕਲਰ ਦੀ ਕਾਰ ਆ ਰਹੀ ਹੈ ਜਿਹੜਾ ਨਹੀਂ ਸੀ ਦਿਸਦਾ। ਮੈਂ ਉਹ ਚੀਜ਼ਾਂ ਨੋਟ ਕਰਦਾ ਗਿਆ ਜਿਹੜੀਆਂ ਚੀਜ਼ਾਂ ਮੈਨੂੰ ਦੇਖਣ 'ਚ ਪ੍ਰੋਬਲਮ ਹੁੰਦੀਆਂ ਰਹੀਆਂ, ਔਰ ਬਹੁਤ ਮੈਨੂੰ ਖੁਸ਼ੀ ਹੋਈ ਇਸ ਗੱਲ ਦੀ। ਔਰ ਫਿਰ ਮੈਂ ਜਦੋਂ ਘਰੇ ਗਿਆ, ਮੈਂ ਮੰਮੀ ਪਾਪਾ ਨੂੰ ਗੱਲ ਦੱਸੀ, ਉਹ ਵੀ ਬਹੁਤ ਖੁਸ਼ ਹੋਏ ਇਸ ਗੱਲ ਨੂੰ ਲੈ ਕੇ। ਔਰ ਜਿਹੜੀ ਚੀਜ਼ ਜਾਂ ਜਿਹੜੀ ਸਿਨਰੀ ਘਰਾਂ ਦੇ ਵਿੱਚ ਹੁੰਦੀ ਹੈ, ਉਹ ਜਿਹੜੀ ਮੈਨੂੰ ਚੀਜ਼ ਦੇਖਣ 'ਚ ਪ੍ਰੋਬਲਮ ਹੁੰਦੀ ਸੀਗੀ, ਉਸ ਚੀਜ਼ ਨੂੰ ਜਦੋਂ ਮੈਂ ਦੇਖਿਆ ਤਾਂ ਮੈਨੂੰ ਕਲੀਅਰ ਹੋਣਾ ਸ਼ੁਰੂ ਹੋਇਆ। ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ। ਫਿਰ ਮੈਂ ਅੱਲਾ ਦਾ ਵੀ ਥੈਂਕਸ ਕੀਤਾ ਔਰ ਡਾਕਟਰ ਸਾਹਿਬ ਜੀ ਦਾ ਵੀ ਥੈਂਕਸ ਕੀਤਾ ਕਿ ਸ਼ੁਕਰ ਹੈ। ਬੜਾ ਇਮੋਸ਼ਨਲ ਪਲ ਹੈ ਜੀ ਕਿ ਜਿਸ ਤਰੀਕੇ ਦੇ ਨਾਲ ਆਪਾਂ ਸਮਝ ਸਕਦੇ ਹਾਂ ਕਿ ਅੱਖਾਂ ਦੀ ਵੈਲਿਊ ਸਿਰਫ ਉਸ ਬੰਦੇ ਨੂੰ ਹੁੰਦੀ ਹੈ ਜਿਹੜਾ ਬੰਦਾ ਬਿਲਕੁਲ ਅੱਖਾਂ ਤੋਂ ਅੰਨਾ ਹੋ ਗਿਆ ਹੁੰਦਾ, ਤੇ ਅਸਲ ਵੈਲਿਊ ਉਸ ਨੂੰ, ਅਸਲ ਕੀਮਤ ਉਸ ਨੂੰ ਪਤਾ ਉਦੋਂ ਲੱਗਦੀ ਹੈ ਜਦੋਂ ਉਸ ਨੂੰ ਥੋੜ੍ਹਾ ਥੋੜ੍ਹਾ ਵੀ ਦਿਖਣਾ ਸ਼ੁਰੂ ਹੋ ਜਾਂਦਾ। ਇੱਕ ਬੱਚੇ ਵਾਂਗੂ ਉਹ ਇਹ ਕਹਿਣਾ ਸ਼ੁਰੂ ਕਰ ਦਿੰਦਾ, ਮੈਨੂੰ ਉਹ ਵੀ ਦਿਖਦਾ ਹੈ, ਮੈਨੂੰ ਉਹ ਵੀ ਦਿਖਦਾ ਹੈ, ਮੈਨੂੰ ਉਹ ਵੀ ਦਿਖਦਾ ਹੈ। ਫਕੀਰ ਸਿੰਘ ਹੋਣਾ ਦਾ ਬਿਲਕੁਲ ਉਹੀ ਹਾਲ ਸੀ। ਜਦੋਂ ਇਹ ਡਾਕਟਰ ਵਿਕਰਮ ਕੋਲੋਂ ਦਵਾਈ ਪਾ ਕੇ ਇੱਥੋਂ ਗਏ ਨੇ, ਤਾਂ ਇੱਕ ਬੱਚੇ ਵਾਂਗ ਰਸਤੇ ਦੇ ਵਿੱਚ ਹਰ ਇੱਕ ਚੀਜ਼ ਨੂੰ ਕਹਿੰਦੇ ਚਲੇ ਗਏ ਕਿ ਮੈਨੂੰ ਆਹ ਵੀ ਦਿਖਣ ਲੱਗ ਗਿਆ, ਮੈਨੂੰ ਉਹ ਵੀ ਦਿਖਣ ਲੱਗ ਗਿਆ, ਉਹ ਕਾਰ ਆ ਗਈ, ਉਹ ਸੀਨਰੀ ਹੈ, ਆਹ ਪੱਟੀ ਨਜ਼ਰ ਆ ਰਹੀ ਹੈ। ਕਿੰਨਾ ਇਮੋਸ਼ਨਲ ਪਲ ਹੋ ਸਕਦਾ, ਔਰ ਕੀਮਤ ਅੱਖਾਂ ਦੀ ਕੀ ਹੈ ਇਹਨਾਂ ਤੋਂ ਵੱਧ ਕੋਈ ਨਹੀਂ ਜਾਣ ਸਕਦਾ। ਫਕੀਰ ਸਿੰਘ ਜੀ, ਕਿੰਨੀ ਦੇਰ ਹੋ ਗਈ ਤੁਹਾਨੂੰ ਦਵਾਈ ਪਾਉਂਦਿਆਂ ਨੂੰ ਅੱਖਾਂ 'ਚ? ਮੈਨੂੰ ਕੁਛ ਜ਼ਿਆਦਾ ਟਾਈਮ ਨਹੀਂ ਹੋਇਆ ਸਰ, ਮੈਨੂੰ ਸਿਰਫ ਕੋਈ ਹਫਤਾ 10 ਦਿਨ ਲਾ ਲਓ। ਹਫਤਾ 10 ਦਿਨ ਦੇ ਵਿੱਚ ਉਹਨਾਂ ਮੈਨੂੰ 15 ਤੋਂ 20% ਦਾ ਰਿਜ਼ਲਟ ਮਿਲਿਆ। ਹਫਤਾ 10 ਦਿਨ ਦੇ ਵਿੱਚ ਤੁਹਾਨੂੰ 15-20% ਦਿਖਣਾ ਸ਼ੁਰੂ ਹੋ ਗਿਆ? ਜੀ ਜੀ। ਅੱਛਾ, ਕੀ ਕੀਤਾ ਜੀ? ਕੋਈ ਜਾਦੂ ਮਾਰਿਆ ਅੱਖਾਂ 'ਚ? ਦਵਾਈ ਪਾਉਣ ਦੇ ਨਾਲ ਕੋਈ ਜਾਦੂ ਮੰਤਰ ਕੀਤਾ? ਕੀ ਕੀਤਾ ਉਹਨਾਂ ਨੇ? ਨਹੀਂ, ਜਾਦੂ ਮੰਤਰ ਤਾਂ ਨਹੀਂ ਕਹਿ ਸਕਦੇ ਜੀ। ਉਹ ਇੱਦਾਂ ਸੀਗਾ ਕਿ ਉਹਨਾਂ ਨੇ ਮੈਨੂੰ ਸਭ ਤੋਂ ਵਧੀਆ, ਜਦੋਂ ਮੈਂ ਫਸਟ ਟਾਈਮ ਆਇਆ ਸੀ, ਮੈਨੂੰ ਯਾਦ ਹੈ ਮੈਂ ਆਪਣੇ ਨਾ ਫਰੈਂਡ ਨੂੰ ਇੱਕ ਗੱਲ ਕਹੀ ਸੀ ਕਿ ਮੈਂ ਕਿਹਾ ਯਾਰ ਵੀ ਇੱਥੋਂ ਮੈਂ ਠੀਕ ਹੋਵਾਂ ਚਾਹੇ ਨਾ ਠੀਕ ਹੋਵਾਂ, ਪਰ ਮੈਨੂੰ ਇਹਨਾਂ ਦਾ ਟ੍ਰੀਟਮੈਂਟ ਕਰਨ ਦਾ ਤਰੀਕਾ ਬਹੁਤ ਅੱਛਾ ਲੱਗਾ। ਉਹ ਕਹਿੰਦਾ ਕਿਵੇਂ? ਮੈਂ ਕਿਹਾ ਜਦੋਂ ਤੇ ਗੱਲ ਨੋਟ ਨਹੀਂ ਕੀਤੀ, ਜਦੋਂ ਟ੍ਰੀਟਮੈਂਟ ਕਰਦੇ ਨੇ, ਜਦੋਂ ਅੱਖਾਂ ਦੇ ਵਿੱਚ ਦਵਾਈ ਪਾਉਂਦੇ ਨੇ, ਤੇ ਉਹ ਅੱਲਾ ਦੇ ਅੱਗੇ ਦੁਆ ਵੀ ਕਰਦੇ ਨੇ। ਨਹੀਂ ਤਾਂ ਡਾਕਟਰ ਸਿਰਫ ਟ੍ਰੀਟਮੈਂਟ ਕਰੇਗਾ ਰੂਡਲੀ ਤਰੀਕੇ ਨਾਲ, ਉਹ ਕੋਈ ਇੱਧਰ ਉੱਧਰ ਦੀ ਗੱਲ ਨਹੀਂ। ਉਹ
ਇੰਨਾ ਕੁ ਮਰੀਜ਼ ਦੇ ਨਾਲ ਇੰਨਾ ਕੁ ਉਹਨਾਂ ਦਾ ਦੁੱਖ ਦਰਦ ਸਮਝਦੇ ਨੇ ਕਿ ਸਾਰਾ ਕੁਝ ਦੁੱਖ ਦਰਦ ਹੀ ਭੁੱਲ ਜਾਂਦਾ ਇੱਥੇ ਆ ਕੇ। ਔਰ ਉਹਨਾਂ ਨੇ ਜਦੋਂ ਮੇਰੀ ਦਵਾਈ ਪਾਈ ਆ ਤੇ ਉਹਨਾਂ ਨੇ ਅੱਲਾ ਦੇ ਅੱਗੇ ਦੁਆ ਕੀਤੀ, ਮੈਨੂੰ ਉਹ ਬੜੀ ਅੱਛੀ ਗੱਲ ਲੱਗੀ ਉਹਨਾਂ ਦੀ, ਉਹ ਅੱਛਾ ਲੱਗਿਆ ਮੈਨੂੰ। ਤੇ ਕੋਈ ਖਾਣ ਪੀਣ ਨੂੰ ਵੀ ਦੱਸਿਆ, ਕੋਈ ਐਕਸਰਸਾਈਜ਼ਾਂ ਦੱਸਿਆ, ਕੀ ਕੀ ਕਰਵਾਇਆ ਤੁਹਾਡੇ? ਜੀ ਉਹਨਾਂ ਨੇ ਮੈਨੂੰ 2 ਐਕਸਰਸਾਈਜ਼ ਦੱਸੀਆਂ ਨੇ ਮਾਰਨਿੰਗ। ਜੀ ਉਹਨਾਂ ਨੇ ਮੈਨੂੰ ਕਿਹਾ ਵੀ ਇੱਥੋਂ ਆਪਣਾ ਮਿਨੀਮਮ 40 ਦਫਾ 20 ਦਫਾ ਬਸ ਦਿਨ ਦੇ ਵਿੱਚ ਜਦੋਂ ਟਾਈਮ ਲੱਗਦਾ ਤੁਸੀਂ ਇੱਥੇ ਪੁਆਇੰਟ ਦੋਨੋਂ ਕੁੜਪੜੀਆਂ ਨੂੰ ਕਰਨਾ। ਜੀ ਜੀ। ਔਰ ਉਸ ਤੋਂ ਬਾਅਦ ਇਹ ਫਿੰਗਰ ਦੇ ਵਿੱਚ ਕੁਝ ਇੱਥੇ ਇਹ ਜੁਆਇੰਟ 20 ਵਾਰੀ ਇੱਧਰ ਕਰੋ ਔਰ 20 ਵਾਰੀ ਜਦੋਂ ਤੁਸੀਂ ਫ੍ਰੀ ਬੈਠੇ ਹੋ ਤੇ ਕਰਦੇ ਰਹੋ ਜੀ। ਫਿਰ ਮੈਂ ਉਹਦਾ ਕਰਦਾ ਜੀ, ਮੈਂ ਉਹਨਾਂ ਦੇ ਕੀਤੀ ਕਈ ਹੋਈ ਗੱਲ ਤੇ ਖਰਾ ਉਤਰਦਾ ਕਰ ਰਿਹਾ ਮੈਂ। ਹਾਂਜੀ। ਤੇ ਇਹ ਕੋਈ ਦੱਸਿਆ ਇਹਨਾਂ ਨੇ ਵੀ ਕਿੰਨਾ ਸਮਾਂ ਲੱਗ ਜਾਏਗਾ ਤੇ ਕਿੰਨੇ ਸਮੇਂ 'ਚ ਤੁਹਾਨੂੰ ਜਿਹੜਾ 100% ਰਿਜ਼ਲਟ ਆ ਜਾਏ? ਉਹ ਇੱਦਾਂ ਗੱਲ ਹੈ ਜੀ ਕਿ ਇਹ ਆਪਣੇ ਵਿੱਚ ਜਿਵੇਂ ਮੈਨੂੰ 15-20% 10 ਦਿਨਾਂ ਦੇ ਵਿੱਚ ਦਿਖ ਗਿਆ। ਸੋ ਜੇ ਮੈਨੂੰ 5% 1 ਮਹੀਨੇ 'ਚ ਵੀ ਵੱਧ ਗਿਆ, 10 ਦਿਨਾਂ ਦੇ ਵਿੱਚ ਵੀ ਵੱਧਦਾ ਜਾਵੇ ਤੇ ਕੋਈ ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾ ਟਾਈਮ ਲੱਗੇਗਾ ਮੇਰੀ ਅੱਖਾਂ ਦੀ ਰੋਸ਼ਨੀ ਫੁੱਲ ਵਾਪਸ ਆਉਣ 'ਚ ਜੀ। ਅੱਛਾ, ਹੁਣ ਇਹ ਤੁਸੀਂ ਪੂਰਾ ਆਪਣੀ ਜਾਣਕਾਰੀ ਦੇਤੀ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਤੁਸੀਂ ਇਲਾਜ ਸ਼ੁਰੂ ਕਰਵਾਇਆ, ਕਿੱਦਾਂ ਤੁਹਾਡੀ ਅੱਖਾਂ ਦੇ ਵਿੱਚ ਪ੍ਰੋਬਲਮ ਆਈ ਤੇ ਇੱਕ ਕਿਸਮ ਦੇ ਤੁਸੀਂ ਅੱਖਾਂ ਤੋਂ ਅੰਨੇ ਹੋ ਚੁੱਕੇ ਸੀ ਜੀ ਬਿਲਕੁਲ। ਤੇ ਅੱਜ ਤੁਹਾਨੂੰ 15% ਜਿਹੜਾ ਉਹ ਨਜ਼ਰ ਆਉਣ ਲੱਗ ਪਿਆ। ਰੱਬ ਦਾ ਸ਼ੁਕਰੀਆ ਅਦਾ ਆਪਣੇ ਸੂਫੀਆਨਾ ਕਲਾਮ 'ਚ ਕਿਸ ਤਰ੍ਹਾਂ ਕਰੂੰ? ਜੀ ਮੈਂ ਕਰਦਾ। ਹਾਂ ਨਾ ਨਾ ਰੇ ਨਾ ਅਲਿਫ ਅੱਲਾ ਚੰਬੇ ਦੀ ਬੂਟੀ ਤੇ ਮੁਰਸ਼ਦ ਮਨੀ ਮੇਰੇ ਵਿੱਚ ਲਾਈ ਹੂ ਨਬੀ ਅਸਬਾਦ ਦਾ ਪਾਣੀ ਮਿਲਿਆ ਤੇ ਉਹ ਹਰੀ ਰਗੇ ਹਰ ਜੋਈ ਇਹਦੇ ਵਿੱਚ ਮੈਨੂੰ ਇੱਕ ਲਾਈਨ ਬਹੁਤ ਅੱਛੀ ਲੱਗਦੀ, ਜੇ ਮੈਂ ਜ਼ਿਆਦਾ ਥੈਂਕਸ ਕਰਾਂ। ਏ ਤਨੀ ਮੇਰਾ ਜੇ ਚਸ਼ਮਾ ਗਾਵੇ ਉਹਦਾ ਮੈਂ ਮੁਰਸ਼ਦੀ ਵੇਖਣਾ ਰਜਾ ਇੱਕ ਕਿਲੋ ਵਿੱਚ ਇੱਕ ਕਿਲੋ ਵਿੱਚ ਲੱਖ ਲੱਖ ਚਸ਼ਮਾ ਤੇ ਮੈਂ ਇੱਕ ਖੋਲਾ ਇੱਕ ਗਜਾ ਵੇ ਮੇਰੇ ਸੋਹਣਿਆ ਵੇ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ ਵੇ ਮੇਰੇ ਦਾਤਿਆ ਉਹ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ। ਕੀ ਬਾਤ ਹੈ, ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ। ਔਰ ਮੈਂ ਇਸ ਕਰਕੇ ਕਹਿ ਸਕਦਾ ਕਿਉਂਕਿ ਮੈਂ ਖੁਦ ਸੰਗੀਤ ਦਾ ਵਿਦਿਆਰਥੀ ਹਾਂ, ਬਹੁਤ ਲੰਮੇ ਸਮੇਂ ਤੋਂ ਸੰਗੀਤ ਨਾਲ ਜੁੜਿਆ ਹੋਇਆ ਤੇ ਜਿਸ ਤਰ੍ਹਾਂ ਦੀਆਂ ਤੁਸੀਂ ਮੁਰਕੀਆਂ ਲਈਆਂ ਨੇ, ਜਿਸ ਤਰ੍ਹਾਂ ਤੁਸੀਂ ਹਾਈ ਨੋਟ ਲੋ ਨੋਟ 'ਤੇ ਆਏ ਹੋ, ਬਹੁਤ ਵਧੀਆ। ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਇੰਨੇ ਵਧੀਆ ਗਾਇਕ, ਸੂਫੀਆਨਾ ਗਾਇਕ, ਉਹਨਾਂ ਦੇ ਨਾਲ ਕੀ ਬੀਤਿਆ, ਕਿਸ ਤਰੀਕੇ ਦੇ ਨਾਲ ਜਿਹੜੀ ਅੱਖਾਂ ਦੀ ਜੋਤ ਚਲੀ ਗਈ, ਕਿੱਦਾਂ ਇਹਨਾਂ ਨੇ ਸਾਰੀ ਜ਼ਿੰਦਗੀ ਸੰਤਾਪ ਭੋਗਿਆ ਬਚਪਨ ਤੋਂ ਲੈ ਕੇ ਜਵਾਨੀ ਤੱਕ। ਔਰ ਉਸ ਉਮਰ ਦੇ ਵਿੱਚ ਜਦੋਂ ਲੋਕ ਜਵਾਨੀ ਮਾਣਦੇ ਨੇ, ਉਸ ਉਮਰ ਦੇ ਵਿੱਚ ਜਦੋਂ ਲੋਕ ਬਚਪਨ ਮਾਣਦੇ ਨੇ, ਇਹਨਾਂ ਦਾ ਬਚਪਨ ਵੀ ਖਰਾਬ ਹੋ ਗਿਆ ਤੇ ਇਹਨਾਂ ਦੀ ਹੁਣ ਤੱਕ ਦੀ ਜਵਾਨੀ ਵੀ ਸਾਰੀ ਖਰਾਬ ਹੋਈ। ਲੇਕਿਨ ਅੱਜ ਵੀ ਇਹ ਸ਼ੁਕਰੀਆ ਅਦਾ ਕਰਦੇ ਨੇ ਉਸ ਰੱਬ ਦਾ, ਉਸ ਅੱਲਾ ਦਾ। ਤੇ ਨਾਲ ਨਾਲ
ਅੱਜ ਜਦੋਂ ਇਹਨਾਂ ਨੂੰ ਦਿਖਣਾ ਸ਼ੁਰੂ ਹੋਇਆ 15-20% ਦਿਖਣਾ ਸ਼ੁਰੂ ਹੋਇਆ ਡਾਕਟਰ ਵਿਕਰਮ ਹੁਣਾਂ ਦਾ ਤੇ ਸ਼ੁਕਰੀਆ ਅਦਾ ਕਰਦੇ ਨੇ ਤੇ ਕਹਿੰਦੇ ਨੇ ਕਿ ਅੱਜ ਜੇਕਰ ਅੱਖਾਂ ਦੀ ਜੋਤ ਵਾਪਸ ਆਈ ਹੈ ਤੇ ਇਹ ਕਿਤੇ ਨਾ ਕਿਤੇ ਜਿਹੜਾ ਰੱਬ ਦੀ ਮਿਹਰ ਹੋਈ ਹੈ ਤੇ ਡਾਕਟਰ ਵਿਕਰਮ ਹੁਣਾਂ ਦੀ ਜਿਹੜੀ ਮਿਹਨਤ ਸਫਲ ਹੋਈ ਹੈ। ਜਾਣ ਲੱਗਿਆ ਵਕੀਲ ਸਾਹਿਬ, ਜਾਣ ਲੱਗਿਆ ਤੁਸੀਂ ਉਹਨਾਂ ਲੋਕਾਂ ਨੂੰ ਜਿਹੜੇ ਤੁਹਾਡੇ ਵਰਗੇ ਹੋ ਚੁੱਕੇ ਨੇ, ਹਾਰ ਚੁੱਕੇ ਨੇ ਤੇ ਇਹੋ ਰੋਗ ਦੇ ਨਾਲ ਪੀੜਿਤ ਨੇ, ਕੀ ਕਹਿਣਾ ਚਾਹੋ? ਮੈਂ ਉਹਨਾਂ ਭਰਾਵਾਂ ਨੂੰ, ਉਹਨਾਂ ਭੈਣਾਂ ਨੂੰ ਜਿਹੜੇ ਲੋਕ ਇਸ ਪ੍ਰੋਬਲਮ ਤੋਂ ਜੂਝ ਰਹੇ ਨੇ, ਇਸ ਬਿਮਾਰੀ ਤੋਂ ਜੂਝ ਰਹੇ ਨੇ, ਮੈਂ ਇਹੀ ਕਹੂੰਗਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਜੋ ਮੈਂ ਫੀਲ ਕੀਤਾ, ਅੱਜ ਜਿਹੜੇ ਇਸ ਪ੍ਰੋਬਲਮ ਦੇ ਵਿੱਚ ਨੇ ਉਹ ਵੀ ਇਹੀ ਫੀਲ ਕਰਦੇ ਹੋਣਗੇ। ਔਰ ਮੈਂ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਕਰਦਾ ਕਿ ਤੁਸੀਂ ਇਸ ਹਸਪੀਟਲ ਆਓ ਔਰ ਟ੍ਰੀਟਮੈਂਟ ਲਓ। ਜੇ ਇੱਥੋਂ ਮੈਂ ਠੀਕ ਹੋ ਸਕਦਾ ਤੇ ਇਨਸ਼ਾਅੱਲਾ ਤੁਸੀਂ ਵੀ ਠੀਕ ਹੋ ਸਕਦੇ ਹੋ। ਔਰ ਮੈਂ ਤਾਂ ਇਹੀ ਕਹਾਂਗਾ ਕਿਉਂਕਿ ਅੱਖਾਂ ਤੋਂ ਬਿਨਾਂ ਇਸ ਦੁਨੀਆ ਦੇ ਵਿੱਚ ਕੁਝ ਨਹੀਂ ਹੈ। ਅੱਖਾਂ ਦੇ ਨਾਲ ਤੁਸੀਂ ਆਪਣੇ ਮੁਰਸ਼ਿਦ ਨੂੰ ਨਹੀਂ ਵੇਖ ਸਕਦੇ, ਅੱਖਾਂ ਤੋਂ ਬਿਨਾਂ ਆਪਣੇ ਤੁਸੀਂ ਮਾਂ ਪਿਓ ਨੂੰ ਨਹੀਂ ਵੇਖ ਸਕਦੇ, ਭੈਣ ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ ਨਹੀਂ ਵੇਖ ਸਕਦੇ। ਕਿਉਂਕਿ ਇਸ ਮੁਸੀਬਤ ਤੋਂ ਮੈਂ ਲੰਘਿਆ ਹਾਂ ਔਰ ਮੈਨੂੰ ਆਪਣੇ ਰਿਸ਼ਤੇਦਾਰਾਂ ਦੀ ਪਹਿਚਾਣ ਨਹੀਂ ਸੀ ਹੁੰਦੀ। ਜਦੋਂ ਮੇਰੇ ਮਾਂ ਪਿਓ ਜਾਂ ਕੋਈ ਰਿਸ਼ਤੇਦਾਰ ਆਵਾਜ਼ ਮਾਰਦਾ ਸੀ ਮੈਨੂੰ ਪਤਾ ਲੱਗਦਾ ਸੀ ਕਿ ਹਾਂ ਇਹ ਫਲਾਣਾ ਰਿਸ਼ਤੇਦਾਰ ਆ। ਸੋ ਮੈਂ ਇਹੀ ਗੱਲ ਕਹਿੰਦਾ ਕਿ ਤੁਸੀਂ ਔਰ ਇੱਥੇ ਆਓ ਔਰ ਟ੍ਰੀਟਮੈਂਟ ਲਓ। ਇਨਸ਼ਾਅੱਲਾ ਜੇ ਮੈਂ ਠੀਕ ਹੋਇਆ ਤੇ ਤੁਸੀਂ ਵੀ ਠੀਕ ਹੋਵੋਗੇ। ਥੈਂਕਸ। ਯਕੀਨ ਹੈ ਤੁਹਾਨੂੰ ਵੀ ਪੂਰੀ ਤਰ੍ਹਾਂ ਠੀਕ ਹੋ ਜਾਓ? ਜੀ ਜੀ ਬਿਲਕੁਲ, ਇਨਸ਼ਾਅੱਲਾ ਮੈਨੂੰ ਬਹੁਤ ਵਿਸ਼ਵਾਸ ਆ। ਜੇ ਮੈਨੂੰ ਪਹਿਲੇ ਦਿਨ ਇੰਨਾ ਰਿਜ਼ਲਟ ਮਿਲਿਆ ਤੇ ਆਈ ਹੋਪ ਕਿ ਮੈਂ ਅੱਗੇ ਪ੍ਰੋਪਰ ਤਰੀਕੇ ਨਾਲ ਠੀਕ ਹੋ ਜਾਵਾਂਗਾ। ਮੇਰਾ ਦਿਲ ਖੁਦ ਕਹਿੰਦਾ ਇਸ ਗੱਲ ਨੂੰ। ਨਿਊਜ਼ ਏਸ਼ੀਆ ਪੰਜਾਬੀ ਤੁਹਾਨੂੰ ਸ਼ੁਭ ਕਾਮਨਾਵਾਂ ਦਿੰਦਾ ਹੈ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਤੁਸੀਂ ਆਪਣੀ 100% ਤੰਦਰੁਸਤੀ ਹਾਸਲ ਕਰੋ। ਪ੍ਰਮਾਤਮਾ ਤੁਹਾਨੂੰ ਅੱਖਾਂ ਦੀ ਜੋਤ ਪੂਰੀ ਦੀ ਪੂਰੀ ਤੰਦਰੁਸਤ ਹਾਲਤ ਦੇ ਵਿੱਚ ਤੁਹਾਨੂੰ ਜਿਹੜੀ ਆ ਉਹ ਜੋਤ ਤੁਹਾਨੂੰ ਵਾਪਸ ਕਰੇ। ਔਰ ਜਿਹੜੀ ਇੱਕ ਨਵੇਂ ਬੱਚੇ ਦੀ ਜੋਤ ਹੁੰਦੀ ਹੈ ਅੱਖਾਂ ਦੀ, ਮੈਂ ਇਹੀ ਅਰਦਾਸ ਕਰਾਂਗਾ ਕਿ ਉਹ ਜੋਤ ਤੁਹਾਡੀ ਅੱਖਾਂ ਦੇ ਵਿੱਚ ਆਵੇ। ਤੇ ਸੋ ਇਹ ਸਨ ਫਕੀਰ ਸਿੰਘ, ਸੂਫੀਆਨਾ ਗਾਇਕ ਨੇ ਤੇ ਆਪਣੀ ਜ਼ਿੰਦਗੀ ਦੇ ਉਹ ਕੌੜੇ ਤਜਰਬੇ ਇਹਨਾਂ ਨੇ ਸਾਡੇ ਨਾਲ ਸਾਂਝੇ ਕੀਤੇ ਨੇ ਕਿ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਜਿਹੜਾ ਦੁੱਖ ਭੋਗਿਆ ਅੱਖਾਂ ਦੀ ਰੋਸ਼ਨੀ ਕਾਰਨ। ਇੱਕ ਬਹੁਤ ਵਧੀਆ ਗਾਇਕ ਨੇ, ਤੁਸੀਂ ਗਾਇਕੀ ਦਾ ਫਨ ਇਹਨਾਂ ਦਾ ਵੇਖਿਆ ਕਿਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਦੀ ਗਾਇਕੀ ਸੁਣਨ ਨੂੰ ਮੇਰਾ ਦਿਲ ਨਹੀਂ ਸੀ ਕਰਦਾ ਕਿ ਮੈਂ ਇਹਨਾਂ ਨੂੰ ਰੋਕਾਂ, ਪਰ ਸਮੇਂ ਦੀ ਮਜਬੂਰੀ ਹੈ ਕਿ ਮੈਨੂੰ ਇਹ ਇੰਟਰਵਿਊ ਜਿਹੜੀ ਹੈ ਉਹ ਅੱਗੇ ਵਧਾਉਣੀ ਪੈਣੀ ਹੈ ਤੇ ਇਹਨਾਂ ਤੋਂ ਵੀ ਮੈਨੂੰ ਇਜਾਜ਼ਤ ਲੈਣੀ ਪੈਣੀ ਹੈ। ਪਰ ਨਾਲ ਨਾਲ ਇੱਕ ਹੋਰ ਗੱਲ ਮੈਂ ਕਹਿਣਾ ਚਾਹਾਂਗਾ ਕਿ ਜਿਹੜੇ ਲੋਕ ਹਾਰ ਚੁੱਕੇ ਨੇ ਤੇ ਉਹਨਾਂ ਦਾ ਅੱਗੇ ਕਿਸ ਤਰੀਕੇ ਦੇ ਨਾਲ ਇਲਾਜ ਹੋ ਸਕਦਾ, ਇਹ ਆਪਾਂ ਡਾਕਟਰ ਵਿਕਰਮ ਤੋਂ ਪੁੱਛਦੇ ਹਾਂ। ਸੋ ਹੁਣ ਤੱਕ ਤੁਸੀਂ ਫਕੀਰ ਸਿੰਘ ਜੀ ਨੂੰ ਸੁਣਿਆ, ਜਿਨ੍ਹਾਂ ਨੇ ਆਪਣੇ ਪੂਰੇ ਜ਼ਿੰਦਗੀ ਦੇ ਦਰਦ ਨੂੰ ਸਾਡੇ ਨਾਲ ਸਾਂਝਾ ਕੀਤਾ ਤੇ ਹੁਣ ਮੇਰੇ ਨਾਲ ਨੇ ਡਾਕਟਰ ਵਿਕਰਮ ਤੇ ਡਾਕਟਰ ਪਦਮ ਭੂਸ਼ਣ ਦੀਕਸ਼ਿਤ, ਜਿਨ੍ਹਾਂ ਨੇ ਫਕੀਰ ਸਿੰਘ ਦਾ ਇਲਾਜ ਕੀਤਾ। ਕਿਹੜੇ ਹਾਲਾਤ ਦੇ ਵਿੱਚ ਫਕੀਰ ਸਿੰਘ ਉਸ ਵੇਲੇ ਆਏ ਸੀਗੇ, ਜਦੋਂ ਇਲਾਜ ਲਈ ਪਹੁੰਚੇ ਉਸ ਟਾਈਮ ਕੀ ਹਾਲਾਤ ਸੀਗੇ, ਕਿੱਦਾਂ ਉਹਨਾਂ ਨੂੰ ਕੌਣ ਲੈ ਕੇ ਆਇਆ, ਕਿਸ ਤਰੀਕੇ ਦੇ ਨਾਲ ਉਹ ਇੱਥੇ ਆ ਕੇ ਜਦੋਂ ਆਏ ਤੇ ਕਿੱਦਾਂ ਉਹਨਾਂ ਦਾ ਇਲਾਜ ਸ਼ੁਰੂ ਹੋਇਆ, ਕੀ ਉਹਨਾਂ ਦੇ ਅੰਦਰ ਇਹਨਾਂ ਨੇ ਡਾਇਗਨੋਸ ਕੀਤਾ, ਪਤਾ ਲਗਾਇਆ ਵੀ ਕੀ ਸੀਗਾ ਉਹਨਾਂ ਦੇ ਅੰਦਰ, ਇਹ ਸਾਰਾ ਆਪਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਡਾਕਟਰ ਦੀਕਸ਼ਿਤ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਇੱਕ ਵਾਰ ਫੇਰ ਸਵਾਗਤ ਹੈ ਜੀ। ਨਮਸਕਾਰ ਜੀ ਸਰ। ਨਮਸਕਾਰ ਡਾਕਟਰ ਵਿਕਰਮ, ਤੁਹਾਡਾ ਵੀ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਦੀਕਸ਼ਿਤ, ਮੈਂ ਅਕਸਰ ਦੇਖਦਾ ਹੁੰਦਾ ਕਿ ਜਦੋਂ ਵੀ ਕੋਈ ਮਰੀਜ਼ ਆਉਂਦਾ ਤੁਹਾਡੇ ਉੱਥੇ ਹਸਪੀਟਲ 'ਚ, ਸਭ ਤੋਂ ਪਹਿਲਾਂ ਤੁਹਾਡੇ ਕੋਲ ਹੀ ਆਉਂਦਾ, ਚੈੱਕਅਪ ਤੁਸੀਂ ਉਹ ਕਰਦੇ ਹੋ। ਤੇ ਜਦੋਂ ਤੁਹਾਡੇ ਕੋਲੇ ਆਉਂਦਾ ਹੈ ਤਾਂ ਆਉਣ ਸਾਰ ਮਤਲਬ ਜਦੋਂ ਦਰਵਾਜ਼ੇ ਤੋਂ ਅੰਦਰ ਐਂਟਰ ਕੀਤਾ ਸੀ ਤੇ ਕੀ ਪੋਜੀਸ਼ਨ ਸੀ? ਜਦੋਂ ਉਹ ਸਾਡੇ ਕੋਲ ਆਇਆ ਤੇ ਸਾਨੂੰ ਉਹਦੇ ਨਾਲਦਿਆਂ ਨੇ ਦੱਸਿਆ ਵੀ ਇਹਨੂੰ ਬਿਲਕੁਲ ਨਹੀਂ ਦਿਖਦਾ, ਪਰ ਉਹ ਜਦੋਂ ਤੁਰ ਰਿਹਾ ਸੀ, ਚੱਲ ਰਿਹਾ ਸੀ, ਸਾਨੂੰ ਜੱਜ ਨਹੀਂ ਹੋਇਆ ਕਿ ਉਹਨੂੰ ਦਿਖਦਾ ਨਹੀਂ। ਆਮ ਪਬਲਿਕ ਵੀ ਇਹੀ ਸੋਚਦੀ ਹੈ ਕਿ ਉਹਨੂੰ ਦਿਖਦਾ ਨਹੀਂ ਹੈ। ਤੇ ਜਦੋਂ ਉਹ ਸਾਡੇ ਕੋਲ ਆ ਕੇ ਬੈਠਿਆ, ਉਹ ਮੈਂ ਵੀ ਰੂਟੀਨ 'ਚ ਉਹਨੂੰ ਪੁੱਛਿਆ, ਮੈਂ ਕਿਹਾ ਹਾਂਜੀ ਦੱਸੋ, ਤੇ ਉਹਨੇ ਹੱਥ ਮਾਰ ਕੇ ਦੱਸਿਆ ਵੀ ਕਿੱਥੇ ਬੈਠੇ ਹੋ। ਤੇ ਫਿਰ ਮੈਨੂੰ ਜੱਜਮੈਂਟ ਹੋਈ, ਮੈਂ ਕਿਹਾ ਹਾਂਜੀ ਦੱਸੋ। ਸਭ ਤੋਂ ਪਹਿਲਾਂ ਤਾਂ ਮੈਂ ਹੀ ਪੁੱਛਦਾ ਹਾਂ ਕਿ ਤੁਹਾਨੂੰ ਤਕਲੀਫ ਕੀ ਹੈ, ਕਿਵੇਂ ਹੋਈ, ਚੀਫ ਕੰਪਲੇਂਟ ਕੀ ਹੈ ਤੁਹਾਡੀ। ਤੇ ਉਹਨੇ ਆ ਕੇ ਦੱਸਿਆ ਕਿ ਜਦੋਂ ਮੈਂ ਬਚਪਨ 'ਚ ਹੀ ਮੈਂ ਕਿਤਾਬ ਵੀ ਪੜ੍ਹਦਾ ਸੀ, ਪਰ ਮੇਰੀ ਅਚਾਨਕ ਨਿਗਾਹ ਚਲੀ ਗਈ ਤੇ ਬੜਾ ਸ਼ੌਕ ਲੱਗਿਆ ਤੇ ਉਹਦਾ ਬੀਪੀ ਵਗੈਰਾ ਚੈੱਕ ਕੀਤਾ, ਉਹਦਾ ਬੀਪੀ ਨਾਰਮਲ ਸੀ, ਗੱਲਾਂ ਬਾਤਾਂ ਵੀ ਠੀਕ ਕਰਦਾ ਸੀ। ਤੇ ਫਿਰ ਉਹਨੇ ਦੱਸਿਆ ਕਿ ਮੈਨੂੰ ਕਈ ਸਾਲਾਂ ਤੋਂ, ਅੱਜ ਮੈਂ 27-28 ਸਾਲ ਦਾ ਹੋ ਗਿਆ ਤੇ ਮੈਨੂੰ ਕਈ ਸਾਲਾਂ ਤੋਂ ਦਿਖ ਹੀ ਨਹੀਂ ਰਿਹਾ। ਕਈ ਹਸਪੀਟਲਾਂ 'ਚ ਮੈਂ ਗਿਆ, ਕਈ
ਡਾਕਟਰਾਂ ਨੂੰ ਮੈਂ ਦਿਖਾਇਆ ਤੇ ਪੀਜੀਆਈ ਤੱਕ ਵੀ ਗਿਆ। ਉਹਨਾਂ ਨੇ ਮੈਨੂੰ ਦਵਾਈ ਦੇ ਦਿੰਦੇ ਸੀ, ਕਹਿ ਦਿੰਦੇ ਸੀ ਮਹੀਨੇ ਬਾਅਦ ਆਓ, ਤੇ ਕੋਈ ਫਰਕ ਨਹੀਂ ਪਿਆ ਮੈਨੂੰ, 1% ਵੀ ਫਰਕ ਨਹੀਂ ਪਿਆ। ਤੇ ਉਹਨੇ ਰੋ ਕੇ ਫਿਰ ਸਾਨੂੰ ਕਿਹਾ, ਕਹਿੰਦਾ ਜੀ ਦੱਸੋ ਕਿ ਮੈਨੂੰ ਬੜੀ ਉਮੀਦ ਲੈ ਕੇ ਆਇਆ, ਮੈਂ ਤੁਹਾਡੀਆਂ ਵੀਡੀਓਜ਼ ਵੀ ਆਪਣੇ ਖਾਸ ਬੰਦਿਆਂ ਨੂੰ ਦਿਖਾਈਆਂ ਤੇ ਮੈਨੂੰ ਲੋਕਾਂ ਨੇ ਵੀ ਦੱਸਿਆ ਵੀ ਉੱਥੇ ਜਾਓਗੇ ਤਾਂ ਤੁਹਾਨੂੰ ਬਹੁਤ ਫਰਕ ਪਏਗਾ। ਅੱਛਾ, ਜਦੋਂ ਲੈ ਕੇ ਆਏ ਸੀਗੇ ਉਹ ਕੋਈ ਫੜ ਕੇ ਲਿਆਇਆ ਸੀ, ਕੀ ਪੋਜੀਸ਼ਨ ਸੀ? ਹਾਂਜੀ ਹਾਂ, ਉਹਨਾਂ ਦੇ ਨਾਲ ਉਹਨਾਂ ਦੇ ਘਰ ਦੇ ਸੀਗੇ, ਸ਼ਾਇਦ ਉਹਨਾਂ ਦੇ ਫਰੈਂਡ ਸੀਗੇ, ਆਪਾਂ ਨੇ ਉਹਨਾਂ ਦੀ ਰਿਸ਼ਤੇਦਾਰੀ ਤਾਂ ਨਹੀਂ ਪੁੱਛੀ, ਲੇਡੀਜ਼ ਨਾਲ ਸੀਗੇ ਉਹਨਾਂ ਦੇ। ਤੇ ਮੈਂ ਤਾਂ ਸੋਚਿਆ ਕਿ ਸ਼ਾਇਦ ਉਸ ਟਾਈਮ ਤਾਂ ਇਹੀ ਸੋਚਿਆ ਕਿ ਸ਼ਾਇਦ ਉਹਨਾਂ ਦੇ ਵਾਈਫ ਹੈ, ਤੇ ਉਹਨਾਂ ਨੇ ਕਿਹਾ ਕਿ ਨਹੀਂ ਮੇਰੇ ਸਿਸਟਰ ਹੈ। ਤੇ ਚਲੋ ਉਹਨਾਂ ਤੋਂ ਸਾਰਾ ਪੁੱਛਿਆ, ਫਿਰ ਉਹਨਾਂ ਨੇ ਸਾਰੀ ਹਿਸਟਰੀ ਦੱਸੀ ਜਿਹੜੀ ਤੁਹਾਨੂੰ ਮੈਂ ਦੱਸੀ ਹੈ। ਤੇ ਜਦੋਂ ਉਹਨਾਂ ਦਾ ਬੀਪੀ ਵਗੈਰਾ ਚੈੱਕ ਕੀਤਾ ਉਹ ਬਿਲਕੁਲ ਠੀਕ ਸੀ। ਮੈਂ ਕਿਹਾ ਤੇਰਾ ਬੀਪੀ ਵੀ ਠੀਕ ਹੈ, ਸ਼ੂਗਰ ਵੀ ਤੈਨੂੰ ਨਹੀਂ ਹੈ, ਕੋਈ ਐਕਸੀਡੈਂਟ ਵੀ ਤੁਹਾਡਾ ਨਹੀਂ ਹੋਇਆ, ਤਾਂ ਅਚਾਨਕ ਨਿਗਾਹ ਕਿਵੇਂ ਚਲੀ ਗਈ? ਕਹਿੰਦਾ ਜੀ ਇਹ ਤਾਂ ਮੈਨੂੰ ਵੀ ਨਹੀਂ ਪਤਾ ਕਿਵੇਂ ਚਲੀ ਗਈ। ਤੇ ਬਸ ਮੈਂ ਤਾਂ ਇਹ ਉਮੀਦ ਲੈ ਕੇ ਆਇਆ, ਮੈਨੂੰ ਆਪਣੇ ਅੱਲਾ ਤੇ ਇਹ ਭਰੋਸਾ ਹੈ ਕਿ ਮੈਂ ਠੀਕ ਹੋ ਜਾਵਾਂਗਾ। ਫਿਰ ਉਹਨਾਂ ਦਾ ਮਤਲਬ ਥੋਰਲੀ ਚੈੱਕਅਪ ਕੀਤਾ ਤੇ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਉਹ ਪ੍ਰਮਾਤਮਾ ਵੱਲੋਂ ਉਮੀਦ ਤਾਂ ਹੈ। ਤੇ ਫਿਰ ਮੈਂ ਡਾਕਟਰ ਵਿਕਰਮ ਕੋਲ ਭੇਜਿਆ ਤੇ ਉਹਨਾਂ ਨੇ ਵੀ ਫਿਰ ਚੈੱਕਅਪ ਕੀਤਾ। ਫਿਰ ਅਸੀਂ ਉਹਨਾਂ ਦੇ ਮੈਡੀਸਨ ਪਾਈ। ਆਪਾਂ ਅੱਗੇ ਆਉਂਦੇ ਹਾਂ। ਡਾਕਟਰ ਵਿਕਰਮ, ਜਦੋਂ ਡਾਕਟਰ ਦੀਕਸ਼ਿਤ ਤੋਂ ਹੋ ਕੇ ਉਹ ਫਕੀਰ ਸਿੰਘ ਸੂਫੀ ਤੁਹਾਡੇ ਕੋਲ ਆਏ ਸੀਗੇ, ਤੇ ਕਿਸ ਤਰ੍ਹਾਂ ਉਹਨਾਂ ਨੂੰ ਡਾਇਗਨੋਸ ਕੀਤਾ ਸੀ? ਮਸ਼ੀਨ ਦੇ ਵਿੱਚ ਜਦੋਂ ਲਾਇਆ ਤੁਸੀਂ ਉਹਨਾਂ ਨੂੰ, ਠੋਡੀ ਲਗਾ ਕੇ ਉਹਨਾਂ ਦੇ ਚੈੱਕਅਪ ਸਟਾਰਟ ਕੀਤਾ ਸੀ, ਤੇ ਤੁਹਾਨੂੰ ਕੀ ਨਜ਼ਰ ਆਇਆ? ਅੱਖਾਂ ਦੀ ਰੋਸ਼ਨੀ ਸੀਗੀ, ਅੱਖਾਂ 'ਚ ਕੋਈ ਪ੍ਰੋਬਲਮ ਸੀਗੀ, ਪਿੱਛੇ ਕੁਝ ਕਿਸੇ ਪਾਸੇ ਕੋਈ ਪ੍ਰੋਬਲਮ, ਕੀ ਨਜ਼ਰ ਆਇਆ ਤੁਹਾਨੂੰ? ਜੀ ਬਿਲਕੁਲ, ਗੱਲ ਇਹ ਸੀ ਜੀ, ਜਦੋਂ ਫਸਟ ਚੈੱਕਅਪ ਕੀਤਾ ਅੱਖਾਂ ਉਹਨਾਂ ਦੀਆਂ ਨਾਰਮਲ ਹੈ ਜਿਵੇਂ ਸਭ ਦੀਆਂ ਹੁੰਦੀਆਂ, ਤੇ ਉਸ ਤੋਂ ਬਾਅਦ ਉਹਨਾਂ ਦੇ ਜੋ ਟੈਸਟ ਵਗੈਰਾ ਕੀਤਾ ਉਸ ਤੋਂ ਇਹ ਪਤਾ ਲੱਗਾ ਕਿ ਉਹਨਾਂ ਨੂੰ ਰੈਟੀਨਾਈਟਸ ਪਿਗਮੈਂਟੋਸਾ ਦੀ ਪ੍ਰੋਬਲਮ ਹੈ ਤੇ ਨਰਵ ਐਟਰੋਫੀ ਹੈ, ਜਿਹਦਾ ਦੁਨੀਆ ਵਿੱਚ ਕੋਈ ਇਲਾਜ ਨਹੀਂ, ਪੂਰੇ ਵਰਲਡ ਦੇ ਵਿੱਚ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ। ਔਰ ਉਹ 6ਵੀਂ ਕਲਾਸ ਤੋਂ ਲੈ ਕੇ ਹੌਲੀ ਹੌਲੀ ਪ੍ਰੋਬਲਮ ਵੱਧਦੀ ਬਿਲਕੁਲ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਡੈੱਡ ਹੋ ਗਈ। ਤੇ ਉਸ ਤੋਂ ਬਾਅਦ ਉਹ ਪੀਜੀਆਈ ਤੱਕ ਵੀ ਗਏ, ਪੀਜੀਆਈ ਦੇ ਡਾਕਟਰ ਸਾਹਿਬਾਨ ਨੇ ਬਹੁਤ ਮਿਹਨਤ ਕੀਤੀ ਬਟ ਕੋਈ ਰਿਜ਼ਲਟ ਨਹੀਂ ਮਿਲਿਆ। ਉਸ ਤੋਂ ਬਾਅਦ ਕੋਈ ਹੋਰ ਹਸਪੀਟਲਾਂ 'ਚ ਵੀ ਦਿਖਾਇਆ ਤੇ ਰਿਜ਼ਲਟ 0%। ਹੁਣ ਆਪਾਂ ਡਾਕਟਰ ਦੀਕਸ਼ਿਤ, ਤੁਸੀਂ ਸਾਨੂੰ ਇਹ ਦੱਸੋ ਕਿ ਜਿਹੜੀ ਬਿਮਾਰੀ ਡਾਕਟਰ ਵਿਕਰਮ ਦੱਸ ਰਹੇ ਨੇ, ਇਹ ਬਿਮਾਰੀ ਹੁੰਦੀ ਕੀ ਹੈ? ਇਹਦੇ 'ਚ ਕੀ ਹੋ ਜਾਂਦਾ, ਕੀ ਬਦਲਾਅ ਆ ਜਾਂਦਾ ਬੋਡੀ ਦੇ ਵਿੱਚ ਜਿਹੜਾ ਬੰਦੇ ਨੂੰ ਦਿਖਣਾ ਬੰਦ ਹੋ ਜਾਂਦਾ? ਇਹਦੇ ਅੰਦਰ ਇਹ ਹੁੰਦਾ ਹੈ ਕਿ ਅਚਾਨਕ ਨਿਗਾਹ ਚਲੀ ਜਾਂਦੀ ਹੈ, ਨਾ ਉਹ 'ਚ ਉਹਦਾ ਗਲੂਕੋਮਾ ਦਾ ਡਾਇਗਨੋਸ ਹੁੰਦਾ ਹੈ, ਨਾ ਉਹਦਾ ਕੈਟਰੈਕਟ ਦਾ ਡਾਇਗਨੋਸ ਹੁੰਦਾ ਹੈ। ਆਹਿਸਤਾ ਆਹਿਸਤਾ ਨਜ਼ਰ ਜਾਈ ਜਾਂਦੀ ਹੈ। ਹੁੰਦਾ ਕੀ ਹੈ ਬੋਡੀ ਦੇ ਵਿੱਚ, ਕਿੱਥੇ ਕੀ ਖਰਾਬੀ ਹੁੰਦੀ ਹੈ? ਬੋਡੀ ਦੇ ਵਿੱਚ ਉਹਦੇ ਰੈਟੀਨਾ ਦੇ ਵਿੱਚ ਪ੍ਰੋਬਲਮ ਹੋ ਜਾਂਦੀ ਹੈ, ਨਰਵ ਜਿਹੜੀ ਆ ਆਹਿਸਤਾ ਆਹਿਸਤਾ ਡੈੱਡ ਹੋ ਜਾਂਦੀ ਹੈ। ਜਿਹੜੀ ਨਰਵ ਨੇ ਅੱਗੇ ਦਿਮਾਗ ਨੂੰ ਸੰਦੇਸ਼ ਭੇਜਣਾ ਹੁੰਦਾ ਕਿ ਤੁਸੀਂ ਕੁਝ ਦੇਖ ਰਹੇ ਹੋ, ਉਹ ਨਰਵ ਜਿਹੜੀ ਆ ਉਹ ਬਿਲਕੁਲ ਮਰ ਜਾਂਦੀ ਹੈ, ਡੈੱਡ ਹੋ ਜਾਂਦੀ ਹੈ, ਬਿਲਕੁਲ ਡੈੱਡ ਹੋ ਜਾਂਦੀ ਹੈ ਤੇ ਉਹਨੂੰ ਦਿਖਣਾ ਬਿਲਕੁਲ ਬੰਦ ਹੋ ਜਾਂਦਾ ਹੈ। ਉਸ ਤੋਂ ਬਾਅਦ ਇਹ ਬਿਮਾਰੀ ਸਟਾਰਟ ਹੁੰਦੀ ਹੈ ਔਰ ਬੰਦਾ ਬਿਲਕੁਲ ਬਲਾਈਂਡ ਹੋ ਜਾਂਦਾ ਹੈ। ਅੱਛਾ ਵਿਕਰਮ, ਡਾਕਟਰ ਇਹ ਦੱਸੋ ਕਿ ਇਹ ਬਿਮਾਰੀ ਕੁਝ ਸਮਝ ਆਇਆ ਵੀ ਕਿਉਂ ਹੋ ਜਾਂਦੀ ਹੈ? ਕੋਈ ਤਾਂ ਕਾਰਨ ਹੁੰਦਾ ਹੋਣਾ ਨਾ? ਇਹ ਜ਼ਿਆਦਾਤਰ ਤਾਂ ਨੇਚੁਰਲ ਹੀ ਹੁੰਦੀ ਹੈ ਜੀ, ਇਹਦਾ ਕੋਈ ਕਾਰਨ ਇਹਨੂੰ ਕੋਈ ਰੀਜ਼ਨ ਨਹੀਂ ਹੋਇਆ, ਬਚਪਨ 'ਚੋਂ ਹੋ ਗਿਆ। ਬਾਕੀ ਇਹਨਾਂ ਦੇ ਹੈਰੀਡਿਟਰੀ ਪ੍ਰੋਬਲਮ ਹੋ ਸਕਦੀ ਆ, ਜਦ ਕਿ ਇਸ ਦੇ 2 ਭੈਣ ਭਰਾ ਹੋਰ ਵੀ ਬਲਾਈਂਡ ਆ, ਉਹਨਾਂ ਨੂੰ ਇਹੀ ਪ੍ਰੋਬਲਮ। ਬਾਕੀ ਇਹਨਾਂ ਦੇ ਬਜ਼ੁਰਗਾਂ 'ਚ ਜਾਂ ਮਾਂ ਪਿਓ 'ਚ ਤਾਂ ਨਹੀਂ ਹੈ, ਬਟ ਇਹਨਾਂ ਦੇ ਹੋ ਸਕਦਾ ਨਾਨਕੇ ਜਾਂ ਦਾਦਕੇ ਕਿਸੇ ਨੂੰ ਇਹ ਪ੍ਰੋਬਲਮ ਹੋਵੇ, ਤਾਂ ਕਰਕੇ ਵੀ ਹੋ ਸਕਦੀ ਹੈ। ਅੱਛਾ, ਜਦੋਂ ਮਤਲਬ ਤੁਸੀਂ ਸਾਰਾ ਕੁਝ ਡਾਇਗਨੋਸ ਕਰ ਲਿਆ ਤੇ ਸਭ ਤੋਂ ਪਹਿਲਾ ਕੰਮ ਫਿਰ ਕੀ ਕੀਤਾ? ਆਈ ਚੈੱਕਅਪ ਕਰਨ ਤੋਂ ਜਦੋਂ ਉਹਨਾਂ ਦੀ ਵਿਜ਼ਨ ਚੈੱਕ ਕੀਤਾ, ਵਿਜ਼ਨ 0 ਸੀ, ਹੈਂਡ ਮੂਵਮੈਂਟ ਵੀ ਨਹੀਂ ਸੀ ਹੈ, ਮਤਲਬ ਅੱਗੇ ਹੱਥ ਲਾਉਂਦੇ ਸੀ, ਹੱਥ ਲਾਉਂਦੇ ਉਹ ਵੀ ਨਹੀਂ ਸੀ ਦਿਸਦਾ, ਤੇ ਫੜ ਕੇ ਲਿਆਏ ਸੀ। ਤੇ ਉਸ ਤੋਂ ਬਾਅਦ ਡਾਕਟਰ ਸਾਹਿਬ ਨਾਲ ਅਸੀਂ ਡਿਸਕਸ ਕੀਤੀ ਆਪਸ ਵਿੱਚ, ਤੇ ਫਿਰ ਉਹਨਾਂ ਨੂੰ ਅਸੀਂ ਮੈਡੀਸਨ ਅਪਲਾਈ ਕੀਤੀ ਅੱਖਾਂ ਦੇ ਵਿੱਚ। ਡਾਕਟਰ ਦੀਕਸ਼ਿਤ, ਡਿਸਕਸ ਕੀ ਕੀਤਾ? ਕਿਉਂਕਿ ਮਨ ਦੇ ਵਿੱਚ ਸ਼ੱਕ ਸੀਗਾ ਵੀ ਯਾਰ ਇਹ ਹੋਪ ਨਹੀਂ ਹੈਗੀ, ਲੱਗਦਾ ਨਹੀਂ ਹੈਗਾ ਵੀ ਦੇਖੇਗਾ, ਕੀ ਡਿਸਕਸ ਹੋਈ ਸੀ? ਬਿਲਕੁਲ, ਬਹੁਤ ਵਧੀਆ ਸਵਾਲ। ਤੇ ਅਸੀਂ ਜਿਹੜੀ ਮੈਡੀਸਨ ਬਣਾਉਂਦੇ ਹਾਂ, ਇਹ ਇੱਕ ਪਰਮਾਤਮਾ ਦਾ ਹੀ ਪ੍ਰਸ਼ਾਦ ਹੈ, ਇਸ 'ਤੇ ਸਾਡੀ ਬਹੁਤ ਮਿਹਨਤ ਲੱਗਦੀ ਹੈ। ਕਿਉਂ? ਜਿਵੇਂ ਇਹਨਾਂ ਦੇ ਬਜ਼ੁਰਗਾਂ ਨੇ ਸਾਨੂੰ ਫਾਰਮੂਲਾ ਦਿੱਤਾ ਹੋਇਆ ਹੈ, ਅਸੀਂ ਇਹਨੂੰ ਇੰਪਲੀਮੈਂਟ ਕਰਕੇ ਅੱਗੇ ਦਵਾਈ ਪਾਉਂਦੇ ਹਾਂ। ਪਰ ਸਾਡਾ ਇੱਕ ਅੰਦਰੋਂ ਵਿਸ਼ਵਾਸ ਸੀ ਵੀ ਇਹ ਬੰਦਾ ਠੀਕ ਹੋ ਸਕਦਾ ਹੈ, ਕਿਉਂਕਿ ਇਹਦੀ ਉਮਰ ਹਲੇ ਬਹੁਤ ਘੱਟ ਹੈ। ਕਿ ਜਿਹਦੀ ਉਮਰ ਘੱਟ ਹੋਵੇ ਉਹਦੇ 'ਚ ਇਮਿਊਨਿਟੀ ਪਾਵਰ ਵੈਸੇ ਹੀ ਬਹੁਤ ਵਧੀਆ ਹੁੰਦੀ ਹੈ ਵੀ ਅਸੀਂ ਇਹਨੂੰ ਕੁਝ ਡਾਈਟ ਦੱਸਾਂਗੇ, ਕੁਝ ਯੋਗਾ ਅਭਿਆਸ ਦੱਸਾਂਗੇ, ਪਰ ਸਾਨੂੰ ਉਮੀਦ ਹੈ ਕਿ ਇਹਨੂੰ ਫਰਕ ਪੈ ਜਾਏਗਾ। ਪਰ ਕਿਤੇ 1% ਸਾਨੂੰ ਇਹ ਵੀ ਸੀ ਵੀ ਇਹਨੂੰ ਦਿਖਦਾ ਬਿਲਕੁਲ ਨਹੀਂ, ਹੈਂਡ ਮੂਵਮੈਂਟ ਵੀ ਨਹੀਂ ਹੈ, ਲਾਈਟ ਵੀ ਨਹੀਂ ਦਿਖ ਰਹੀ,
ਚਲੋ ਅਸੀਂ ਇੱਕ ਪ੍ਰਮਾਤਮਾ ਦਾ ਨਾਮ ਲੈ ਕੇ, ਵਾਹਿਗੁਰੂ ਦਾ ਨਾਮ ਲੈ ਕੇ ਅਸੀਂ ਇੱਕ ਵਾਰੀ ਸ਼ੁਰੂ ਕੀਤਾ, ਪਰ ਸ਼ੁਰੂ ਕਰਨ ਤੋਂ ਬਾਅਦ ਸਾਨੂੰ ਉਹ ਰਿਜ਼ਲਟ ਮਿਲਿਆ ਕਿ ਪ੍ਰਮਾਤਮਾ ਸਾਡੇ ਕੋਲ ਆ ਕੇ ਜਿਵੇਂ ਖੜਾ ਹੈ। ਦਵਾਈ ਤੁਸੀਂ ਪਾਈ ਸੀ? ਹਾਂਜੀ, ਦਵਾਈ ਮੈਂ ਪਾਈ ਸੀ ਡਾਕਟਰ ਸਾਹਿਬ। ਹਾਂਜੀ, ਦਵਾਈ ਜਦੋਂ ਪਾਈ ਸੀ ਕੀ ਉਹ ਪੂਰਾ ਮੂਵਮੈਂਟ ਦੱਸੋ ਮੈਨੂੰ ਜੀ। ਅਸੀਂ ਉਹਨਾਂ ਨੂੰ ਕਿਹਾ ਜੀ ਅਸੀਂ ਤੁਹਾਡੇ ਦਵਾਈ ਪਾਉਣ ਲੱਗੇ ਹਾਂ ਤੇ ਤੁਸੀਂ ਆਪਣਾ ਵਾਹਿਗੁਰੂ ਦਾ ਨਾਮ ਲਓ, ਅੱਲਾ ਦਾ ਨਾਮ ਲਓ, ਰਾਮ ਰਾਮ, ਜੋ ਵੀ ਤੁਸੀਂ ਪ੍ਰਮਾਤਮਾ ਦਾ ਨਾਮ ਲੈਣਾ ਤੁਸੀਂ ਲਓ। ਮੈਂ ਉਹਨਾਂ ਦੇ ਡ੍ਰੌਪ ਪਾਏ, 10 ਮਿੰਟ ਬਾਅਦ ਫਿਰ ਦੂਜੇ ਡ੍ਰੌਪ ਪਾਏ ਤੇ ਉਹਨਾਂ ਨੇ ਆਪ ਹੀ ਗੱਲਾਂ ਕਰਦੇ ਹੋਏ ਪਏ ਨਾਲੇ ਪ੍ਰਮਾਤਮਾ ਨਾਂ ਲੈ ਰਹੇ ਸੀ। ਮੈਂ ਵੀ ਕੋਲ ਹੀ ਬੈਠਾ ਸੀ। ਉਹ ਕਹਿੰਦੇ ਜੀ ਮੇਰਾ ਅੱਖਾਂ ਬਹੁਤ ਹਲਕੀਆਂ ਹੋ ਗਈਆਂ। ਤੇ ਜਦੋਂ ਇਹ ਪੇਸ਼ੈਂਟ ਕਹਿਣ ਲੱਗ ਜੇ ਨਾ ਮੇਰਾ ਦਿਮਾਗ ਹਲਕਾ ਹੋ ਗਿਆ, ਮੇਰੀ ਅੱਖਾਂ ਹਲਕੀਆਂ ਹੋ ਗਈਆਂ, ਸਾਨੂੰ ਵੀ ਇੱਕ ਆਸ ਦੀ ਕਿਰਨ ਲੱਗਦੀ ਹੈ ਵੀ ਕੋਈ ਰਿਜ਼ਲਟ ਮਿਲੇਗਾ। ਤੇ ਮੈਂ ਡਾਕਟਰ ਸਾਹਿਬ ਨੂੰ ਬੁਲਾਇਆ, ਮੈਂ ਕਿਹਾ ਜੀ ਇੱਦਾਂ ਕਰਕੇ ਗੱਲ ਹੈ। ਤੇ ਡਾਕਟਰ ਸਾਹਿਬ ਕਹਿੰਦੇ ਚਲੋ ਕੋਈ ਨਾ, ਰਿਜ਼ਲਟ ਤਾਂ ਮਿਲੇਗਾ ਹੀ ਮਿਲੇਗਾ। ਅੱਛਾ ਡਾਕਟਰ ਵਿਕਰਮ, ਅੱਖਾਂ 'ਚ ਡ੍ਰੌਪ ਪਾਤੀ, ਅੱਧਾ ਘੰਟਾ ਤੁਸੀਂ ਲਟਾਉਂਦੇ ਹੋ, ਮੈਂ ਦੇਖਿਆ ਤੁਹਾਡੇ ਕੇ ਅੱਧਾ ਘੰਟਾ ਲਟਾਇਆ, ਉਠਾ ਕੇ ਫਿਰ ਤੁਸੀਂ ਉਹਨੂੰ ਆਪਣੇ ਵਾਲੇ ਰੂਮ 'ਚ ਲੈ ਗਏ ਜਿੱਥੇ ਸਾਹਮਣੇ ਤੁਸੀਂ ਅੱਖਾਂ ਦੀ ਜਾਂਚ ਕਰਦੇ ਹੋ, ਅੱਖਰਾਂ ਤੋਂ ਪੜ੍ਹਾਉਂਦੇ ਹੋ ਵੀ ਇਹ ਪੜ੍ਹ ਕੇ ਦੱਸੋ ਵੀ ਕਿਹੜੇ ਆ। ਕੀ ਕੀਤਾ ਫਿਰ? ਜਦੋਂ ਮੈਡੀਸਨ ਅਪਲਾਈ ਕਰਨ ਤੋਂ ਬਾਅਦ ਦੁਬਾਰਾ ਚੈੱਕਅਪ ਕੀਤੀ ਤੇ ਆਫਟਰ 20 ਮਿੰਟ ਉਹਨਾਂ ਨੂੰ ਸਾਨੂੰ ਇਹ ਰਿਜ਼ਲਟ ਮਿਲਿਆ ਵੀ ਉਹ ਬੋਲ ਕੇ ਦੱਸਦਾ ਮੈਨੂੰ ਇਹ ਦਿਸਣ ਲੱਗ ਗਈ ਸੀ। ਜਿਹਨੂੰ ਅੱਗੇ ਹੱਥ ਦੀ ਮੂਵਮੈਂਟ ਵੀ ਦਿਖ ਨਹੀਂ ਰਹੀ ਸੀ, ਜੋ ਹੈਂਡ ਮੂਵਮੈਂਟ ਨਹੀਂ ਸੀ, ਉਹਨੂੰ ਉਹ ਰੋ ਪਿਆ ਬੰਦਾ ਔਰ ਉਹਨੂੰ ਇਹ ਦਿਸਣ ਲੱਗ ਗਈ ਤੇ ਅਸੀਂ ਵੀ ਬਹੁਤ ਖੁਸ਼ ਹੋਏ। ਤੇ ਉਹ ਮੈਂ ਕਿਹਾ ਵੀ ਰੋਣਾ ਸੀ ਤੇਰੇ ਨਾਲ, ਉਹ ਕਹਿੰਦਾ ਇਹ ਮੇਰੇ ਨਾਲ ਖੁਸ਼ੀ ਦੇ ਹੰਝੂ। ਸਾਨੂੰ ਬਹੁਤ ਖੁਸ਼ੀ ਹੋਈ ਇਸ ਗੱਲ ਦੀ ਕਿ ਸਾਡੀ ਮਿਹਨਤ ਨਾਲ ਉਸ ਬੰਦੇ ਦੀ 14-15 ਸਾਲਾਂ ਤੋਂ ਗਈ ਹੋਈ ਵਾਪਸ ਰੋਸ਼ਨੀ ਜਿਹੜੀ ਆਈ ਆ, ਉਹਦੀ ਰੋਸ਼ਨੀ ਡੈੱਡ ਤੋਂ ਦੁਬਾਰਾ ਦਿਸਣ ਲੱਗਿਆ। ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ। ਅੱਛਾ, ਜਿਹੜੀ ਇੱਕ ਵੱਡਾ ਅੱਖਰ ਯਾਨੀ ਇਹ ਜਿਹੜਾ ਸਭ ਤੋਂ ਵੱਡਾ ਅੱਖਰ ਜਿਹੜਾ ਸੀ ਤੁਸੀਂ ਉਹ ਕਹਿ ਰਹੇ ਹੋ ਡੱਬੇ ਦੇ ਉੱਪਰ ਜਿਹੜਾ ਲਿਖਿਆ ਹੁੰਦਾ, ਇਹ ਜਿਹੜਾ ਉਹਨੂੰ ਸਭ ਤੋਂ ਵੱਡਾ ਅੱਖਰ ਜਿਹੜਾ ਨਜ਼ਰ ਆਉਣ ਲੱਗਾ, ਕਿ ਉਸ ਤੋਂ ਬਾਅਦ ਦੁਬਾਰਾ ਦਵਾਈ ਪਾਉਣ ਤੋਂ ਬਾਅਦ ਵੀ ਉਹਨੂੰ ਕੁਝ ਹੋਰ ਵੀ ਅੱਖਰ ਨਜ਼ਰ ਆਏ ਉਸ ਤੋਂ? ਹਾਂਜੀ ਹਾਂ, ਬਿਲਕੁਲ। ਅੱਗੇ ਨਾਲੋਂ ਉਹ ਜੋ ਡਾਊਟ ਦਿਸਣ ਲੱਗ ਗਏ, ਉਹ ਡੇ ਬਾਈ ਡੇ ਜਿਵੇਂ ਪਾਵਾਂਗੇ ਉਮੀਦ ਕਰਦੇ ਹਾਂ ਕਿ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆਏਗਾ। ਡਾਕਟਰ ਦੀਕਸ਼ਿਤ, ਮੈਂ ਜੋ ਫਕੀਰ ਸਿੰਘ ਨਾਲ ਗੱਲ ਕੀਤੀ ਹੈ, ਉਹਨੇ ਬੜੇ ਭਾਵੁਕ ਹੋ ਕੇ ਦੱਸਿਆ ਕਿ ਜਦੋਂ ਮੈਨੂੰ ਪਹਿਲੀ ਅੱਖਰ ਨਜ਼ਰ ਆਇਆ ਤਾਂ ਮੇਰਾ ਉਸ ਵੇਲੇ ਕੀ ਹਾਲਾਤ ਸੀ, ਉਹ ਹਾਲਾਤ ਬਿਆਨ ਨਹੀਂ ਕੀਤੇ ਜਾ ਸਕਦੇ। ਜਿਸ ਤਰ੍ਹਾਂ ਦੇ ਉਹਨੇ ਮੇਰੇ ਨਾਲ ਸਾਹਮਣੇ ਸਾਂਝੇ ਕੀਤੇ, ਮੈਂ ਵੀ ਭਾਵੁਕ ਹੋ ਗਿਆ ਸੀਗਾ। ਤਾਂ ਤੁਸੀਂ ਇਹ ਦੱਸ ਸਕਦੇ ਹੋ ਕਿ ਜਦੋਂ ਪਹਿਲੇ ਡ੍ਰੌਪ ਪਾਉਣ ਤੋਂ ਬਾਅਦ ਦੁਬਾਰਾ ਵੀ ਉਸ ਦੇ ਅੱਖਾਂ 'ਚ ਪਾਈ, ਉਹ ਕਹਿੰਦਾ ਸੀ ਮੈਨੂੰ ਦੂਜੀ ਵਾਰ ਦੇ ਵਿੱਚ ਉਹ ਦੂਜੀ ਲਾਈਨ ਵੀ ਦਿਖਣ ਲੱਗ ਗਈ ਸੀ। ਜਦੋਂ ਉਹਨੂੰ ਪਹਿਲੀ ਲਾਈਨ ਦਿਖੀ ਉਹ ਰੋਇਆ, ਉਹਦੇ ਅੱਖਾਂ 'ਚ ਪਾਣੀ ਆ ਗਿਆ ਤੇ ਸਾਨੂੰ ਵੀ ਬੜਾ ਖੁਸ਼ੀ ਮਹਿਸੂਸ ਹੋਈ। ਖੁਸ਼ੀ ਕਰਕੇ ਤੁਹਾਨੂੰ ਪਤਾ ਦਿਲ ਭਰ ਆਉਂਦਾ। ਹੁਣ ਵੀ ਮੇਰਾ ਦਿਲ ਭਰ ਰਿਹਾ ਵੀ ਉਸ ਬੰਦੇ ਦੀ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ। ਤੇ ਕਹਿੰਦਾ ਮੈਨੂੰ ਦੂਜਾ ਧੁੰਦਲਾ ਦਿਖ ਰਿਹਾ ਹੈ ਵੀ ਹਾਂ ਨੀਚੇ ਕੁਝ ਹੈ। ਤੇ ਅਸੀਂ ਕਿਹਾ ਵੀ ਇੰਨੀ ਜਲਦੀ ਨਹੀਂ, ਹੁਣ ਨਸ ਖੁੱਲ੍ਹੇਗੀ, ਖੁੱਲ੍ਹਣ ਤੋਂ ਬਾਅਦ ਤੁਹਾਨੂੰ ਰਿਜ਼ਲਟ ਮਿਲੇਗਾ। ਆਹਿਸਤਾ ਆਹਿਸਤਾ ਤੁਸੀਂ ਕੋਸ਼ਿਸ਼ ਕਰੋ ਕਿ ਸਾਡੇ ਕੋਲ ਡੇਲੀ ਆਓ, ਅਸੀਂ ਡੇਲੀ ਤੁਹਾਡੇ ਦਵਾਈ ਪਾਉਂਦੇ ਹਾਂ। ਤੇ ਉਹ ਫਿਰ ਸਾਡੇ ਕੋਲ ਕੁਝ ਦਿਨ ਲਗਾਤਾਰ ਸਾਡੇ ਕੋਲ ਆਏ, ਅਸੀਂ ਡੇਲੀ ਦਵਾਈ ਪਾਉਂਦੇ ਰਹੇ। ਤੇ ਪਹਿਲੇ ਦਿਨ ਕੁਝ, ਦੂਜੇ ਦਿਨ ਕੁਝ, ਤੀਜੇ ਦਿਨ ਕੁਝ, ਕਾਫੀ ਹੱਦ ਤੱਕ ਉਹਨਾਂ ਨੂੰ ਦਿਖਣ ਲੱਗ ਗਿਆ। ਦੂਜੀ ਲਾਈਨ ਵੀ ਦਿਖੀ, ਕਾਫੀ ਹੱਦ ਤੱਕ ਉਹਨਾਂ ਨੂੰ ਦਿਖਣ ਲੱਗ ਗਿਆ। ਫਿਰ ਅਸੀਂ ਉਹਨਾਂ ਨੂੰ ਮੈਡੀਸਨ ਅੱਗੇ ਦਿੱਤੀ। ਅੱਛਾ ਡਾਕਟਰ ਵਿਕਰਮ, ਅੱਖਾਂ ਦੇ ਵਿੱਚ ਦਵਾਈ ਪਾਤੀ, ਕੀ ਸਿਰਫ ਦਵਾਈ ਪਾਉਣ ਨਾਲ ਹੀ ਇਹ ਰਿਜ਼ਲਟ ਮਿਲਦਾ ਕਿ ਜਾਂ ਫਿਰ ਕੁਝ ਐਕਸਰਸਾਈਜ਼, ਕੋਈ ਡਾਈਟ ਵਗੈਰਾ ਵੀ ਤੁਸੀਂ ਉਹਨਾਂ ਨੂੰ ਦੱਸੀ ਸੀ? ਇਹ ਜੀ ਮੈਡੀਸਨ ਜੋ ਡ੍ਰੌਪਸ ਆਈ ਡ੍ਰੌਪਸ, ਉਹ ਪਾਉਣ ਤੋਂ ਬਾਅਦ ਅੱਖਾਂ ਦੇ ਵਿੱਚ ਮਸਾਜ ਵਗੈਰਾ ਕਰਨੀ ਹੈ, ਐਕਸਰਸਾਈਜ਼ ਕਰਨੀ। ਉਹ ਅੱਖਾਂ ਦੇ ਉੱਪਰ ਉਂਗਲੀਆਂ ਰੱਖ ਕੇ ਇੱਦਾਂ ਮਸਾਜ ਕਰਨੀ ਹੈ 5 ਮਿੰਟ। ਉਸ ਤੋਂ ਬਾਅਦ ਜੋ ਆਪਾਂ ਇੱਥੇ ਪਿੱਛੇ ਟੋਇਆ, ਜਿਹਨੂੰ ਆਪਾਂ ਆਮ ਭਾਸ਼ਾ 'ਚ ਪੁੜਪਣੀਆਂ ਕਹਿ ਦਿੰਦੇ ਹਾਂ, ਇੱਥੋਂ ਪ੍ਰੈਸ ਕਰਨਾ 40-50 ਵਾਰ ਸਵੇਰੇ ਤੇ 40-50 ਵਾਰ ਸ਼ਾਮ ਨੂੰ। ਠੀਕ ਹੈ ਜੀ। ਉਸ ਤੋਂ ਬਾਅਦ ਇਹ ਪਹਿਲੀ ਫਿੰਗਰ ਹੈ ਜੋ ਇਸ ਜੁਆਇੰਟ ਦੇ ਵਿੱਚ 40-50 ਵਾਰ ਸਵੇਰੇ, 40-50 ਵਾਰ ਸ਼ਾਮ ਨੂੰ। ਉਸ ਤੋਂ ਫਿਰ ਦੂਸਰੇ ਫਿੰਗਰ ਦੇ ਵਿੱਚ ਇਹ ਕਰਨਾ। ਉਸ ਤੋਂ ਬਾਅਦ ਲੋਮ ਵਿਲੋਮ ਨੂੰ ਦੱਸਿਆ, ਇੱਕ ਨੱਕ 'ਚੋਂ ਸਾਹ ਲੈ ਕੇ ਦੂਜੇ 'ਚੋਂ ਕੱਢਣਾ। ਇਹ ਸਵੇਰੇ 5 ਮਿੰਟ ਤੋਂ ਸਟਾਰਟ ਕਰਕੇ 20 ਮਿੰਟ ਤੱਕ ਰੋਜ਼ਾਨਾ ਕਰੇਗਾ। ਔਰ ਉਹਦੇ ਨਾਲ ਅਸੀਂ ਸਪਤਮਤਲੋ, ਮੁਕਤਾ, ਸ਼ੁਕਤੀ, ਮੋਤੀ, ਬਿਸ਼ਟੀ, ਅਮਲ ਕੀ, ਰਸਾਇਣ ਵਗੈਰਾ ਜੋ ਪਸ਼ੂਆਂ ਨੇ ਮਿਕਸ ਕਰਕੇ ਉਹਨੂੰ ਦਿੱਤੀਆਂ। ਆਮਲਾ ਰਸ ਦਿੱਤਾ। ਤੇ ਉਸ ਤੋਂ ਬਾਅਦ ਅਸੀਂ ਉਹਨੂੰ ਹੋਰ ਸੀਕੋਡ ਦੇ ਕੈਪਸੂਲ ਦਿੱਤੇ ਤੇ ਟ੍ਰਿਫਲਾਕ੍ਰਿਤ ਦਿੱਤਾ। ਤੇ ਉਸ ਦਾ ਅਸੀਂ ਸਾਡੇ ਸੈਂਟਰ ਵੱਲੋਂ ਅਸੀਂ ਇਹੀ ਕਿਹਾ ਵੀ ਗਰੀਬ ਬੰਦਾ, ਇਸ ਦਾ ਇਲਾਜ 100% ਫ੍ਰੀ ਕਰ ਰਹੇ ਸੀ। ਇਹ 100% ਫ੍ਰੀ ਇਲਾਜ ਕੀਤਾ ਕਿ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਜਿਹੜਾ ਤੁਸੀਂ ਜਿਹੜਾ ਇਹ ਕੰਮ ਕੀਤਾ ਹੈਗਾ,
ਜਦੋਂ ਰਿਜ਼ਲਟ ਮਿਲੇਗਾ ਤੇ ਤੁਹਾਨੂੰ ਕੀ ਸੋਚ ਕੇ ਮਤਲਬ ਤੁਸੀਂ ਇਹ ਫ੍ਰੀ ਇਲਾਜ ਕੀਤਾ? ਕੁਛ ਅੱਗੇ ਸੋਚਿਆ ਸੀਗਾ ਵੀ ਤੁਹਾਨੂੰ ਇਹਦਾ ਕੋਈ ਫਾਇਦਾ ਮਿਲੇਗਾ, ਜਾਂ ਫਿਰ ਤੁਸੀਂ ਇੱਕ ਅਜਿਹੇ ਬੰਦੇ ਦੀ ਮਦਦ ਕੀਤੀ ਹੈ ਜਿਹਨੂੰ ਕੁਝ ਦਿਖ ਨਹੀਂ ਰਿਹਾ ਸੀਗਾ? ਸਰ ਗੱਲ ਇੱਦਾਂ ਹੈ ਕਿ ਇੱਕ ਬਲਾਈਂਡ ਬੰਦੇ ਨੂੰ ਥੋੜੀ ਜਿਹੀ ਨਜ਼ਰ ਵੀ ਦਿਖ ਜੇ ਤੇ ਉਹ ਆਪਣੇ ਜੋਗਾ ਹੋ ਜੇ ਔਰ ਯੰਗ ਬਲੱਡ ਹੋਵੇ ਤੇ ਉਹਦੇ ਨਾਲ ਸਾਨੂੰ ਵੀ ਖੁਸ਼ੀ ਹੈ। ਪਰ ਇਸ ਪੇਸ਼ੈਂਟ ਦੇ ਉੱਤੇ ਸਾਡੀ ਆਪਣੀ ਸਾਰੀ ਲਾਈਫ, ਸਾਡੇ ਫਾਦਰ ਸਾਹਿਬ ਦੀ ਮਿਹਨਤ ਕੰਮ ਆਈ ਹੈ ਤੇ ਅਸੀਂ ਇਹ ਸੋਚਦੇ ਸੀਗੇ ਕਿ ਇਸ ਬੰਦੇ ਤੋਂ ਅਸੀਂ ਪੈਸਾ ਨਹੀਂ ਲੈਣਾ। ਠੀਕ ਹੈ, ਜੇ ਇਹ ਠੀਕ ਹੋ ਜਾਂਦਾ ਹੈ ਤਾਂ ਇਹੀ ਸਾਡੇ ਪੈਸੇ ਹੈ। ਪੈਸੇ ਤਾਂ ਦੁਨੀਆ ਦੇਣ ਨੂੰ ਬਹੁਤ ਬੈਠੀ ਹੈ, ਕਿਉਂਕਿ ਜਦੋਂ ਇਹ ਆਪਣੇ ਦਿਲ ਤੋਂ ਆਪਣੀ ਭਾਵਨਾਵਾਂ ਦੱਸੇਗਾ ਤਾਂ ਘੱਟੋ ਘੱਟ ਉਹ ਲੋਕ ਸੱਚੇ ਦਿਲ ਤੋਂ ਸੁਣਨਗੇ ਜਿਹੜੇ ਇਸ ਚੀਜ਼ ਵੱਲ ਜਾ ਰਹੇ ਹੈ ਜਾਂ ਇਹ ਬਲਾਈਂਡ ਹੋ ਚੁੱਕੇ ਹੈ, ਤਾਂ ਕੁਝ ਸੁਣਨਗੇ ਤਾਂ ਸਾਡੇ ਕੋਲ ਆਣਗੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਵੀ ਅਸੀਂ ਜਿੰਨੀ ਜੀ ਜਾਨ ਤੋਂ ਮਦਦ ਹੋ ਸਕੇ ਕਰੀਏ, ਪਰ ਅਸੀਂ ਇਹ ਵੀ ਚਾਹਾਂਗੇ ਕਿ ਜਿੰਨੇ ਸਾਡੇ ਮੈਡੀਸਨ ਦੇ ਪੈਸੇ ਲੱਗੇ ਹੈ ਉਹ ਅਸੀਂ ਵਸੂਲ ਤਾਂ ਕਰੀਏ। ਠੀਕ ਹੈ, ਪਰ ਇਹ ਹੈ ਕਿ ਅਸੀਂ ਇਹਦਾ ਇਲਾਜ ਤਾਂ ਫ੍ਰੀ ਕੀਤਾ ਹੈ, ਬਸ ਇਹੀ ਹੈ ਕਿ ਸਾਨੂੰ ਦੁਆਵਾਂ ਮਿਲਣ, ਸਾਡੀ ਦਵਾਈ 'ਚ ਇੰਨੀ ਬਰਕਤ ਹੋਵੇ ਕਿ ਸਾਰੇ ਮਰੀਜ਼ ਠੀਕ ਹੋ ਕੇ ਸਾਡੇ ਕੋਲੋਂ ਜਾਣ। ਤੇ ਕੋਈ ਡਾਈਟ ਵੀ ਦੱਸੀ ਸੀ ਡਾਕਟਰ ਵਿਕਰਮ, ਜਾਂ ਫਿਰ ਸਿਰਫ ਦਵਾਈ ਹੀ ਦੇ ਕੇ ਉਹਨੂੰ ਤੋੜ ਦਿੱਤੀ? ਹੋਰ ਬਾਕੀ ਡਾਈਟ ਦੱਸੀ ਜੋ ਉਹਨਾਂ ਨੂੰ ਰੂਟੀਨ ਦੀ ਆ। ਤਲੀਆਂ ਚੀਜ਼ਾਂ ਨਹੀਂ ਖਾਣੀਆਂ, ਸੰਤੁਲਿਤ ਭੋਜਨ ਖਾਣਾ, ਘਰ ਦਾ ਭੋਜਨ ਖਾਣਾ, ਡਿੱਬੇ ਬੰਦ ਜੋ ਵੀ ਪ੍ਰੋਸੈਸਡ ਭੋਜਨ ਉਹ ਨਹੀਂ ਖਾਣਾ। ਤੇ ਇੱਕ ਹੋਰ ਜੀ ਜਿਵੇਂ ਅਜੀਨੋਮੋਟੋ ਨਾਮ ਦੇ ਨਾਲ ਜਾਣਿਆ ਜਾਂਦਾ, ਮੋਨੋਸੋਡੀਅਮ ਗਲੂਟਾਮੇਟ, ਉਹ ਫਾਸਟ ਫੂਡ 'ਚ ਪੈਂਦਾ, ਉਹਨੂੰ ਸਲੋ ਭੋਜਨ ਕਹਿੰਦੇ, ਉਹ ਨਹੀਂ ਵਰਤਣਾ। ਵੀ ਯਾਨੀ ਕਿ ਹਰ ਫਾਸਟ ਫੂਡ 'ਚ ਪੈਂਦਾ, ਉਹਦੇ ਨਾਲ ਯਾਦਦਾਸ਼ਤ ਕਮਜ਼ੋਰ ਹੁੰਦੀ ਹੈ, ਅੱਖਾਂ ਦੀ ਰੋਸ਼ਨੀ ਖਰਾਬ ਹੁੰਦੀ ਹੈ, ਹੱਡੀਆਂ ਦੀ ਵਿੱਚ ਪ੍ਰੋਬਲਮ ਆਉਂਦੀ ਹੈ, ਹੱਡੀਆਂ ਕਮਜ਼ੋਰ ਹੁੰਦੀਆਂ। ਇਸ ਕਰਕੇ ਉਹ ਕਈ ਚੀਜ਼ਾਂ ਤੁਹਾਨੂੰ ਪਰਹੇਜ਼ ਵੀ ਦੱਸੇ ਨੇ। ਮੋਬਾਈਲ, ਕੰਪਿਊਟਰ, ਟੀਵੀ ਵਗੈਰਾ ਨਹੀਂ ਦੇਖਣਾ ਤਾਂ ਜੋ ਉਹਨੂੰ ਬਿਮਾਰੀ ਅੱਗੇ ਨਾ ਵਧੇ। ਤੇ ਉਮੀਦ ਹੈ ਕਿ ਤੁਹਾਨੂੰ ਬਿਲਕੁਲ ਠੀਕ ਹੋ ਜਾਏ? ਕਿੰਨੀ ਕੁ ਦੇਰ ਤੱਕ ਲੱਗਦਾ ਕਿ ਕਿੰਨੀ ਕੁ ਦੇਰ ਤੱਕ ਉਹ ਉਮੀਦ ਹੈ ਕਿ ਉਹ ਬਿਲਕੁਲ ਠੀਕ ਹੋ ਸਕਦਾ, 100% ਰੋਸ਼ਨੀ ਆ ਸਕਦੀ? ਸਰ ਉਹਨੂੰ ਦਵਾਈ ਤਾਂ ਸਾਰੀ ਉਮਰ ਪਾਣੀ ਪੈਣੀ ਹੈ, ਪਰ ਹੈ ਕਿ ਜੇ ਉਹਨੂੰ 50% ਵੀ ਦਿਖਣ ਲੱਗ ਜਾਂਦਾ ਹੈ, ਜਿਵੇਂ ਗਰੋਥ ਕਰ ਰਿਹਾ ਉਹ, ਤਾਂ ਉਹਦੇ ਵਾਸਤੇ 50% ਵੀ ਬਹੁਤ ਹੈ। ਕਿਉਂਕਿ ਜਿਉਂ ਅਸੀਂ ਦਵਾਈ ਉਹਨੂੰ ਪਾਉਣ ਨੂੰ ਦੇਣੀ ਹੈ, ਉਹਦੀ ਉਮਰ ਵੀ ਵਧਣੀ ਹੈ। ਉਮਰ ਦੇ ਵਧਣ ਨਾਲ ਇਮਿਊਨਿਟੀ ਘਟਣੀ ਵੀ ਹੈ, ਪਰ 50% ਇਸ ਕੰਡੀਸ਼ਨ ਦੇ ਵਿੱਚ 50% ਵੀ ਬਹੁਤ, ਸਾਡੇ ਵੱਲੋਂ 100% ਨਹੀਂ, 501% ਨੂੰ ਉਹਦੀ ਨਜ਼ਰ ਵਾਪਸ ਆ ਗਈ ਹੈ। ਡਾਕਟਰ ਵਿਕਰਮ, 50% ਨਜ਼ਰ ਨੂੰ ਤੁਸੀਂ ਕੀ ਮੰਨਦੇ ਹੋ ਕਿ ਇਹ ਐਨਕ ਲਾ ਕੇ ਉਹਨੂੰ ਪੂਰਾ ਦਿਖਣ ਲੱਗ ਜਾਏਗਾ? 50% ਨਜ਼ਰ ਨੂੰ ਕਿੰਨਾ ਕੁ ਮੰਨਦੇ ਹੋ? 50% ਇੱਦਾਂ ਜੀ, ਇਹ ਹੁੰਦਾ ਜਿਵੇਂ 6/6 ਵਿਜ਼ਨ ਹੁੰਦਾ 100%, 6/18 ਜਾਨੀ ਆਪਣਾ ਜੋ ਚਾਰਟ ਸਲੈਨਰ ਚਾਰਟ ਪੜ੍ਹਦੇ ਹੋ ਉਹਦੇ ਵਿੱਚ 8 ਲਾਈਨਸ ਹੁੰਦੀ ਹੈ, 8 ਲਾਈਨਸ, ਉਹ 4 ਲਾਈਨ ਦਿਸਣ ਲੱਗੀ, ਸਮਝੋ 6/18। ਐਨਕ ਲਾ ਕੇ ਪੂਰੀ ਨਹੀਂ, ਐਨਕ ਤਾਂ ਕੰਮ ਨਹੀਂ ਕਰੂ ਜੀ, ਉਹਦੇ ਐਨਕ ਕੰਮ ਕਰ ਹੀ ਨਹੀਂ ਰਹੀ। ਇਸ ਪ੍ਰੋਬਲਮ ਦੇ ਵਿੱਚ ਐਨਕ ਕੰਮ ਨਹੀਂ ਕਰਦੀ। ਅਗਰ ਰੋਸ਼ਨੀ ਵਧੇਗੀ ਉਸ ਤੋਂ ਬਾਅਦ ਐਨਕ ਕੰਮ ਕਰ ਸਕਦੀ ਆ। ਹੁਣ ਬਿਨਾਂ ਐਨਕ ਤੋਂ ਹੀ, ਹੁਣ ਕੋਈ ਐਨਕ ਨਾਲ ਨਹੀਂ ਦਿਸਣ ਲੱਗਿਆ ਉਹਨੂੰ, ਬਿਨਾਂ ਐਨਕ ਤੋਂ ਜੋ ਵੀ ਦਿਸਣ ਲੱਗਿਆ, ਬਿਨਾਂ ਐਨਕ ਤੋਂ ਹੀ ਦਿਸਣ ਲੱਗਿਆ। ਸੋ ਤੁਸੀਂ ਇੱਕ ਅਜਿਹੇ ਕੇਸ ਦੀ ਜਾਣਕਾਰੀ ਦਿੱਤੀ ਹੈ ਜਿਹੜਾ ਕਿ ਸ਼ਾਇਦ ਮੇਰੇ ਹਿਸਾਬ ਨਾਲ ਜਿਹੜਾ ਉਹ ਮੈਡੀਕਲ ਹਿਸਟਰੀ ਦੇ ਵਿੱਚ ਇੱਕ ਇਤਿਹਾਸ ਹੈਗਾ, ਤੇ ਉਹ ਬੰਦੇ ਨੂੰ ਅੱਖਾਂ ਦੀ ਰੋਸ਼ਨੀ ਮਿਲੀ ਹੈ ਜਿਹੜਾ ਬਿਲਕੁਲ ਅੰਨਾ ਹੋ ਚੁੱਕਾ ਸੀ। ਜਾਣ ਲੱਗਿਆ ਜਿਹੜੇ ਬੰਦੇ ਇਹੋ ਜਿਹੀ ਆਸ ਛੱਡ ਚੁੱਕੇ ਨੇ, ਵੀ ਇਹੋ ਜਿਹੇ ਮਰੀਜ਼ ਨੇ ਤੇ ਬਿਲਕੁਲ ਆਸ ਛੱਡ ਚੁੱਕੇ ਨੇ, ਕੀ ਕਹਿਣਾ ਚਾਹੋਗੇ? ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਇੱਕ ਵਾਰੀ ਸਾਡੇ ਸੈਂਟਰ ਤੇ ਆਓ, ਸਾਡੇ ਸੈਂਟਰ ਤੇ ਆ ਕੇ ਸਾਨੂੰ ਆਪਣਾ ਦੁੱਖ ਦਰਦ ਦੱਸੋ। ਜੇ ਠੀਕ ਕਰਨ ਵਾਲਾ ਹੋਊਗਾ ਤਾਂ ਅਸੀਂ ਉਹਨਾਂ ਨੂੰ ਪਹਿਲੇ ਦਿਨ ਹੀ ਕਹਿ ਦਾਂਗੇ ਕਿ ਇਹ ਅਸੀਂ ਠੀਕ ਕਰ ਸਕਦੇ ਹਾਂ, ਅਦਰਵਾਈਜ਼ ਅਸੀਂ ਕਹਾਂਗੇ ਅਸੀਂ ਦਵਾਈ ਨਹੀਂ ਦਿੰਦੇ। ਪਰ ਫਿਰ ਵੀ ਅਸੀਂ ਉਸ ਪਰਮਾਤਮਾ ਸਦਕੇ ਉਹਦੇ ਇੱਕ ਵਾਰੀ ਦਵਾਈ ਜ਼ਰੂਰ ਪਾ ਕੇ ਦੇਖਾਂਗੇ, ਕੋਈ ਉਹ ਤੋਂ ਪੈਸਾ ਨਹੀਂ ਲਵਾਂਗੇ। ਜੇ ਉਹਨੂੰ ਕੋਈ ਫਰਕ ਪੈਂਦਾ ਫਿਰ ਅਸੀਂ ਉਹ ਤੋਂ ਪੈਸੇ ਲੈਣ ਦੇ ਹੱਕਦਾਰ ਬਣਦੇ ਹਾਂ। ਜੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਫਿਰ ਅਸੀਂ ਉਹਨਾਂ ਤੋਂ ਕੋਈ ਪੈਸਾ ਨਹੀਂ ਲਵਾਂਗੇ। ਤੇ ਮੈਂ ਸਹੀ ਉਮੀਦ ਕਰਦੇ ਹਾਂ ਕਿ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਮਰੀਜ਼ ਆਉਣ ਉਹ ਠੀਕ ਹੋ ਕੇ ਜਾਣ। ਡਾਕਟਰ ਵਿਕਰਮ, ਡਾਕਟਰ ਦੀਕਸ਼ਿਤ ਨੇ ਤਾਂ ਕਹਿਤਾ ਵੀ ਜ਼ਿਆਦਾ ਤੋਂ ਜ਼ਿਆਦਾ ਮਰੀਜ਼ ਆਉਣ ਤੇ ਠੀਕ ਹੋ ਕੇ ਜਾਣ, ਪਰ ਤੁਸੀਂ ਤਾਂ ਫੋਨ ਹੀ ਨਹੀਂ ਚੱਕਦੇ ਡਾਕਟਰ। ਉਹ ਸਾਰੇ ਜਿਹੜੇ ਉਹ ਰੌਲਾ ਪਾਈ ਜਾ ਰਹੇ ਨੇ। ਫੋਨ ਇੱਦਾਂ ਹੀ, ਕਈ ਵਾਰ ਪੇਸ਼ੈਂਟ ਹੁੰਦੇ ਉੱਥੇ ਬਿਜੀ ਹੋਈਦਾ ਤਾਂ ਕਰਕੇ ਨਹੀਂ, ਤੇ ਵਰਨਾ ਆਪਾਂ ਫੋਨ ਚੱਕਣ ਵਾਸਤੇ ਹੀ ਬੈਠੇ ਹਾਂ ਤੇ ਸੇਵਾ ਵਾਸਤੇ ਹੀ ਹਾਂ। ਤੇ ਮੈਂ ਇਹੀ ਚਾਹੁੰਦਾ ਤੇ ਇਹੀ ਕਹਿਣਾ ਚਾਹੁੰਦਾ ਸਾਰੇ ਪੇਸ਼ੈਂਟਾਂ ਨੂੰ ਵੀ ਜੋ ਵੀ ਮਰੀਜ਼ ਕਿਸੇ ਵੀ ਪ੍ਰੋਬਲਮ ਤੋਂ, ਚਾਹੇ ਗਲੂਕੋਮਾ ਹੋਵੇ, ਰੈਟੀਨਾ ਦੀ ਪ੍ਰੋਬਲਮ ਹੋਵੇ, ਰੈਟੀਨਿਟਸ ਪਿਗਮੈਂਟੋਸਾ ਹੋਵੇ, ਚਾਹੇ ਆਪਟਿਕ ਨਰਵ ਦੀ ਪ੍ਰੋਬਲਮ ਹੋਵੇ, ਇੱਕ ਵਾਰੀ ਸਾਡੇ ਕੋਲ ਜ਼ਰੂਰ ਚੈੱਕਅਪ ਕਰਾਉਣ। ਠੀਕ ਹੋ, ਚਾਹੇ ਦੁਨੀਆ ਦੇ ਕਿਸੇ ਵੀ ਹਸਪੀਟਲ 'ਚੋਂ ਆਪਣੀ ਆਸ ਦੀ ਕਿਰਨ ਜੋ ਛੱਡ ਚੁੱਕੇ ਨੇ,
ਇਸ ਜਗ੍ਹਾ ਤੇ ਅਸੀਂ ਇਹੀ ਕਵਾਂਗੇ ਵੀ ਉਹਨਾਂ ਨੂੰ ਇੱਕ ਐਸੀ ਆਸ ਦੀ ਕਿਰਨ ਦੇ ਕੇ ਤੋਰਾਂਗੇ ਵੀ ਉਹ ਯਾਦ ਕਰਨਗੇ। ਅਗਰ ਅਸੀਂ ਮਰੀਜ਼ ਨੂੰ ਪਹਿਲੇ ਦਿਨ ਹੀ ਪਤਾ ਲੱਗ ਜਾਂਦਾ ਹੈ ਵੀ ਇਹ ਬੰਦਾ ਠੀਕ ਹੋਊ ਜਾਂ ਨਾ ਹੋਊ, ਜੇ ਠੀਕ ਹੋਏਗਾ ਤੇ ਅਸੀਂ ਉਹਦਾ ਜੋ ਖਰਚਾ ਲਵਾਂਗੇ, ਨਹੀਂ ਤਾਂ ਉਹਦਾ ਕੋਈ ਖਰਚਾ ਨਹੀਂ ਲੈਂਦੇ। ਔਰ ਇੱਕ ਵਾਰੀ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਜੋ ਵੀ ਜਿੱਥੋਂ ਵੀ ਇਲਾਜ ਕਰਾ ਰਿਹਾ, ਹਰ ਇੱਕ ਡਾਕਟਰ ਬਹੁਤ ਵਧੀਆ ਮਿਹਨਤ ਕਰਦੇ ਨੇ ਵੀ ਉਹਨਾਂ ਨੂੰ ਕੋਈ ਆਉਂਦਾ ਨਹੀਂ ਜਾਂ ਉਹਨਾਂ ਨੂੰ ਪਤਾ ਨਹੀਂ ਕੀ ਕਰਨਾ। ਜੋ ਉਹਨਾਂ ਦੇ ਕੋਲ ਆ ਉਹ ਆਪਣੀ ਪੈਥੀ ਦੇ ਵਿੱਚ ਬਹੁਤ ਵਧੀਆ ਟ੍ਰੀਟਮੈਂਟ ਕਰ ਰਹੇ ਨੇ, ਪਰ ਅਸੀਂ ਆਪਦੇ ਹਿਸਾਬ ਨਾਲ ਕਰਦੇ ਹਾਂ। ਹੁਣ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਹੋਣਾ ਵੀ ਜਿਵੇਂ ਹਰ ਇੱਕ ਜੋ ਵੀ ਆਯੁਰਵੇਦ ਦਾ ਮਾਹਿਰ ਹੈ ਉਹ ਇਹੀ ਕਹੂਗਾ ਵੀ ਜਿੱਥੋਂ ਐਲੋਪੈਥੀ ਭਾਵ ਅੰਗਰੇਜ਼ੀ ਇਲਾਜ ਦੀ ਖਤਮ ਹੁੰਦਾ ਹੈ, ਉੱਥੋਂ ਆਯੁਰਵੈਦਿਕ ਇਲਾਜ ਦੀ ਸ਼ੁਰੂਆਤ ਹੁੰਦੀ ਹੈ। ਇਸ ਗੱਲ ਦਾ ਤੁਹਾਨੂੰ ਔਰ ਸਾਰੇ ਸਰੋਤਿਆਂ ਨੂੰ ਮੇਰੇ ਹਿਸਾਬ 'ਚ ਪਤਾ ਲੱਗ ਹੀ ਗਿਆ ਹੋਣਾ ਵੀ ਜਿੱਥੇ ਆ ਕੇ ਅੱਜ ਤੋਂ 15 ਸਾਲ ਪਹਿਲਾਂ ਉਸਦੀ ਅੱਖਾਂ ਦੀ ਰੋਸ਼ਨੀ ਬੰਦ ਹੋਈ ਸੀ ਤੇ 15 ਸਾਲ ਬਾਅਦ ਉਸ ਨੂੰ ਦਿਸਣ ਲੱਗਿਆ, ਤੇ ਇਹ ਇੱਕ ਆਯੁਰਵੈਦ ਦਾ ਚਮਤਕਾਰ ਹੀ ਸਮਝੋਗੇ। ਇਸ ਨੂੰ ਹੋਰ ਆਪਾਂ ਕੀ ਕਹਾਂਗੇ, ਦੱਸੋ ਤੁਸੀਂ ਆਯੁਰਵੇਦ ਦਾ ਚਮਤਕਾਰ ਵੀ ਕਰਤਾ, ਲੋਕਾਂ ਨੂੰ ਆਸ ਦੀ ਕਿਰਨ ਵੀ ਜਾਗ ਪਈ, ਪਰ ਫੋਨ ਚੱਕੋਗੇ ਤਾਂ ਹੀ ਕੋਈ ਆਏਗਾ ਜੀ। ਤੁਸੀਂ ਇਹ ਦੱਸੋ ਵੀ ਜਦੋਂ ਫੋਨ ਨਹੀਂ ਚੱਕਦੇ ਉਦੋਂ ਕੀ ਕਰਨ ਲੋਕੀ? ਪਲੀਜ਼ ਜੇ ਫੋਨ ਨਾ ਚੱਕਿਆ ਜਾਵੇ ਉਹ ਦੁਬਾਰਾ ਵੀ ਕਰ ਸਕਦੇ ਆ। ਮੈਂ ਸੁਨੇਹਾ ਦੇ ਸਕਦੇ ਤੁਹਾਨੂੰ ਵੀ ਤੁਸੀਂ ਦੁਬਾਰਾ ਕਾਲ ਕਰ ਲਓਗੇ? ਬਿਲਕੁਲ, ਮੈਂ ਬੈਕ ਕਾਲ ਕਰੂੰ, ਕੋਈ ਐਸੀ ਗੱਲ, ਮੈਂ ਕਰ ਵੀ ਲੈਣਾ। ਜੇ WhatsApp ਤੇ ਮੈਸੇਜ ਆਇਆ ਹੋਏਗਾ ਤੁਸੀਂ ਬੈਕ ਕਾਲ ਕਰ ਲਓਗੇ? ਸ਼ੋਰ ਜੀ। ਸੋ ਦਰਸ਼ਕੋ ਜੀ, ਤੁਹਾਡਾ ਵਕੀਲ ਬਣ ਕੇ ਮੈਂ ਡਾਕਟਰ ਸਾਹਿਬ ਦੇ ਨਾਲ ਗੱਲ ਕਰ ਲਈ ਹੈਗੀ ਹੈ। ਜੇ ਤੁਸੀਂ ਇਹ ਫੋਨ ਨਹੀਂ ਚੱਕਦੇ ਤਾਂ ਤੁਸੀਂ ਕਿਰਪਾ ਕਰਕੇ ਇਹਨਾਂ ਨੂੰ WhatsApp ਦੇ ਉੱਤੇ ਮੈਸੇਜ ਕਰ ਸਕਦੇ ਹੋ, ਤਾਂ ਕਿ ਇਹ ਜਦੋਂ ਮੈਸੇਜ, ਕਈ ਵਾਰ ਮਰੀਜ਼ ਦੇਖ ਰਹੇ ਹੁੰਦੇ ਨੇ ਤੇ ਨਹੀਂ ਫੋਨ ਚੱਕ ਪਾਉਂਦੇ, ਮਜਬੂਰੀ ਹੁੰਦੀ ਹੈ, ਲੇਕਿਨ ਜਦੋਂ ਤੁਸੀਂ ਇਹਨਾਂ ਨੂੰ ਮੈਸੇਜ ਛੱਡ ਦਿੰਦੇ ਹੋ ਤਾਂ ਇਹ ਬੈਕ ਕਾਲ ਤੁਹਾਡੇ ਕੋਲ ਜ਼ਰੂਰ ਆਏਗੀ। ਤੋ ਇਹਨਾਂ ਨੇ ਪੂਰੀ ਹਿਸਟਰੀ ਦੱਸੀ ਆ ਵੀ ਕਿਸ ਤਰੀਕੇ ਦੇ ਨਾਲ ਫਕੀਰ ਸਿੰਘ ਹੋਣਾ ਦਾ ਇਹਨਾਂ ਨੇ ਇਲਾਜ ਕੀਤਾ। ਫਕੀਰ ਸਿੰਘ ਬਿਲਕੁਲ ਅੰਨੇ ਹੋ ਚੁੱਕੇ ਸੀ, ਬਿਲਕੁਲ ਨਜ਼ਰ ਨਹੀਂ ਸੀ ਆਉਂਦਾ। ਹਿਸਟਰੀ ਪੂਰੀ ਦੱਸੀ ਆ ਵੀ ਉਹਨਾਂ ਨੂੰ ਫੜ ਕੇ ਲੈ ਕੇ ਆਏ ਸੀ ਜਦੋਂ ਉਹਨਾਂ ਦੇ ਸੈਂਟਰ ਦੇ ਵਿੱਚ ਆਏ ਸੀ, ਲੇਕਿਨ ਜਿਉਂ-ਜਿਉਂ ਦਵਾਈ ਪਾਉਣੀ ਸ਼ੁਰੂ ਕੀਤੀ ਤੇ ਅੱਜ ਉਹ ਆਪਣੇ ਮੂੰਹੋਂ ਕਹਿ ਰਹੇ ਨੇ ਕਿ 20% ਉਹਨਾਂ ਨੂੰ ਨਜ਼ਰ ਆਉਣਾ ਸ਼ੁਰੂ ਹੋ ਗਿਆ। ਤੇ ਇਹਨਾਂ ਦਾ ਦਾਅਵਾ ਹੈ ਕਿ ਜੇਕਰ ਦਵਾਈ ਇਸੇ ਤਰੀਕੇ ਦੇ ਨਾਲ ਪ੍ਰੋਪਰ ਪੈਂਦੀ ਰਹੀ, ਇਸੇ ਤਰੀਕੇ ਦੇ ਨਾਲ ਉਹ ਇਹਨਾਂ ਦੇ ਇਲਾਜ ਨੂੰ ਫੋਲੋ ਕਰਦੇ ਚਲੇ ਗਏ, ਤਾਂ ਘੱਟੋ ਘੱਟ 50% ਨਿਗਾਹ ਉਹਨਾਂ ਦੀ ਵਾਪਸ ਆ ਜਾਏਗੀ। ਤੇ ਬਾਕੀ ਰੱਬ ਦੇ ਘਰ ਦਾ ਕੋਈ ਪਤਾ ਨਹੀਂ ਵੀ ਅੱਗੇ ਕੀ ਹੋਣਾ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ, ਤਾਂ ਕਿ ਫਕੀਰ ਸਿੰਘ ਵਰਗੇ ਹੋਰ ਲੋਕਾਂ ਨੂੰ ਵੀ ਇਸ ਚੀਜ਼ ਦਾ ਫਾਇਦਾ ਹੋ ਸਕੇ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।